KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:22 ਹੋਏ ਨੇ। ਮੰਗਲਵਾਰ ਦਾ ਦਿਨ ਹੈ। 19 ਜਨਵਰੀ ਹੈ ਵਰਾ 2021 ਦਾ। 6 ਮਾਘ ਨਾਨਕ ਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੋਂ ਤੇ ਗੱਲਬਾਤ ਹੋਏਗੀ। ਖਬਰਾਂ ਪਹਿਲੇ ਹਿੱਸੇ ਦੇ ਵਿੱਚ। ਦੂਸਰੇ ਹਿੱਸੇ ਦੇ ਵਿੱਚ ਅਮਰੀਕਾ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਸਿਕਿਉਰਿਟੀ ਹੈ ਉਹ ਪਹਿਲੀ ਵਾਰ ਇਤਿਹਾਸ 'ਚ ਹੋਇਆ। ਇੱਕ ਵਾਰ ਪਹਿਲਾਂ ਵੀ ਅਬਰਾਹਮ ਲਿੰਕਨ ਵੇਲੇ ਹੋਇਆ ਸੀ, ਸਿਵਲ ਵਾਰ ਤੋਂ ਪਹਿਲਾਂ। ਪਰ ਇਹ ਜਿਹੜਾ ਹੁਣ ਤਾਂ ਘੁੰਡ ਚੁਕਾਈ ਤਾਂ ਹੋ ਜੂ, ਇਨੋਗ੍ਰੇਸ਼ਨ ਹੋ ਜੂ, ਪਰ ਬਾਅਦ ਦੇ ਵਿੱਚ ਜਿਹੜੇ ਹਾਲਾਤ ਨੇ ਦੇਸ਼ ਦੇ, ਉਹਨਾਂ ਦਾ ਜਿਹੜਾ ਮਹਾਨ ਕਿੱਧਰ ਨੂੰ। ਇੱਕ ਵੈਬਸਾਈਟ ਜਿਹਦੇ ਤੇ ਇਹ ਸਾਰੇ ਇਕੱਠੇ ਹੋਏ, ਦਾ ਡੋਨਲਡ, ਉਹਦਾ ਸਰਵਰ ਮੇਨ ਜਿਹੜਾ ਉਹ ਮੌਂਟਰੀਅਲ ਦੇ ਵਿੱਚ ਸੀ। ਇਹ ਵੀ ਗੱਲ ਦਾ ਪਤਾ ਲੱਗਿਆ। ਤੇ ਈਸਟਰਨ ਪਾਈਪਲਾਈਨ ਦੀ ਗੱਲ, ਤੇ ਉਸ ਤੋਂ ਬਾਅਦ ਭਵਿੱਖ ਜਿਹੜਾ ਸਾਡੇ ਦੋਨੇ ਦੇਸ਼ਾਂ ਦੇ ਆਪਸੀ ਸੰਬੰਧਾਂ ਦਾ, ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਦਾ ਰਾਸ਼ਟਰਪਤੀ ਜਦ ਬਾਈਡਨ ਬਣਦਾ ਉਹਦਾ ਕੀ ਫਰਕ ਪੈਣ ਲੱਗਿਆ। ਇਲੀਗਲ ਜਿੰਨੇ ਲੋਕ ਨੇ ਅਮਰੀਕਾ ਦੇ ਵਿੱਚ, ਉਹਨਾਂ ਦੇ ਬਾਰੇ ਜਾਣਕਾਰੀ ਆਈ ਹੈ। ਇੱਕ ਉਹ ਵੀ ਸਾਂਝੀ ਕਰਾਂਗੇ। 1844 247 1550 184424715550 ਔਨ 에ਅਰ ਨੰਬਰ ਰਹੇਗਾ। KRPradio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜਾਏ ਤਾਂ YouTube ਤੇ ਪਾਇਆ ਹੁੰਦਾ ਪਵਨ ਜਵੰਦੇ ਵੱਲੋਂ, ਤੇ ਨਾਲ ਹੀ 604 729 1224 ਨੰਬਰ ਹੈ ਮੇਰਾ WhatsApp ਤੇ ਟੈਕਸਟ ਲਈ। 1844 247 1550 184424715550 ਔਨ 에ਅਰ ਨੰਬਰ ਰਹੇਗਾ। ਤੇ ਵਪਾਰਕ ਵਾਅਦਿਆਂ ਦੇ ਪ੍ਰੋਗਰਾਮ ਦੇ ਵਿੱਚ 604 729 1224 ਤੇ ਤੁਸੀਂ ਗੱਲਬਾਤ ਕਰਨੀ। ਇਉਂ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ। ਇਉਂ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮੁਸਕਾਨ ਉੱਤੇ ਕਾਗ ਜੋ ਤੂਤਾਂ ਘੋਨਿਆਂ ਤੋਂ ਜਿਹੜੀ ਜ਼ਾਤ ਖੇਡੇ ਸਾਗਵਾਨ ਉੱਤੇ। ਮੋਰ ਪੰਖ ਦਾ ਬੂਟੜਾ ਚੌਰ ਕਰੇ ਹਵਾ ਅਥਰੀ ਦੇ ਫਰਮਾਨ ਉੱਤੇ, ਜਾਂ ਕਿਸੇ ਸ਼ਿਕਾਰੀ ਦਸਤੇ ਨੇ ਬੋਸਾ ਰੱਖਿਆ ਤੀਰ ਕਮਾਨ ਉੱਤੇ। ਐ ਮਹਿਕ ਜੋ ਪੈਂਦਾ ਰੇਤੜ ਚੌਕਣੀਆਂ ਦੇ ਫਸਲਾਨ ਉੱਤੇ, ਜਾਂ ਨੀਹਾਂ ਉਗੜ ਜਾਂਦੀਆਂ ਨੇ ਜੋ ਘੂੰਗਟ ਦੇ ਸਰਕਾਨ ਉੱਤੇ। ਜੋ ਸਹੇ ਨੇ ਛਾਲ ਲਗਾ ਦਿੱਤੀ ਜੰਗਲ ਦੀ ਕਿਸੇ ਢਲਾਣ ਉੱਤੇ, ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ, ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ। ਸ਼ੀਸ਼ ਮਹਿਲ ਮੁਸਕਾਨ ਹਰਮਨਜੀਤ ਲਿਖਦਾ ਹੈ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਪਹਿਲੀ ਖਬਰ ਜਿਹੜੀ ਓਟਵਾ ਤੋਂ ਆ ਰਹੀ ਹੈ ਕਿ ਕੈਨੇਡਾ ਨੂੰ ਫਾਈਜ਼ਰ ਤੇ BioNTech ਦੋਨਾਂ ਦੀ ਵੈਕਸੀਨ ਆ ਜਿਹੜੀ ਅਗਲੇ ਹਫ਼ਤੇ ਨਹੀਂ ਮਿਲਣੀ। ਹੁਣ ਪੰਗਾ ਕੀ ਖੜਾ ਹੋਇਆ, ਫਾਈਜ਼ਰ ਨੂੰ ਦਾ ਜਿਹੜਾ ਕੰਟਰੈਕਟ ਸਾਡੀ ਸਰਕਾਰ ਨੇ ਕੀਤਾ ਉਹ ਯੂਰਪੀਅਨ ਜਿਹੜੀ ਉਹਨਾਂ ਦੀ ਮੈਨੂਫੈਕਚਰਿੰਗ ਯੂਨਿਟਸ ਨੇ ਉੱਥੇ ਕੀਤਾ। ਤੇ ਫਾਈਜ਼ਰ ਦੇ ਜਿਹੜੇ ਪਲਾਂਟ ਨੇ ਅਮਰੀਕਾ ਦੇ ਵਿੱਚ ਵੀ ਨੇ। ਹੁਣ ਇਹਦਾ ਕਾਰਨ ਕੁਛ ਵੀ ਇਹ ਵੀ ਹੋ ਸਕਦਾ ਕਿਉਂਕਿ ਮਾਸਕਾਂ ਦੇ ਬਾਰੇ ਰੋਕ ਲਾਤੀ ਸੀ ਸਰਪੰਚ ਨੇ ਵੀ ਭਾਈ ਮਾਸਕ ਨਹੀਂ ਵਜਾਣੇ ਚਾਹੀਦੇ ਕੈਨੇਡਾ। ਹੋ ਸਕਦਾ ਇਹਦੇ ਕਰਕੇ ਸਰਕਾਰ ਨੇ ਉੱਥੇ ਕੀਤਾ ਹੋਵੇ ਯੂਰਪ ਦੇ ਵਿੱਚ। ਤੇ 4 ਲੱਖ ਦੇ ਕਰੀਬ ਮੌਤਾਂ ਜਿਹੜੀਆਂ ਅਮਰੀਕਾ ਦੇ ਵਿੱਚ ਹੋ ਗਈਆਂ। 4 ਲੱਖ ਰਾਜਨੀਤੀ ਨੂੰ ਤੁਰੇ ਫਿਰਦੇ ਆ ਤੇ ਬੰਦੇ ਮਰ ਰਹੇ ਨੇ। ਇਹਨੇ ਪੁੱਛਣੀ ਆ ਰਾਜਨੀਤੀ ਇੱਥੇ। ਬਾਈਡਨ ਵੀ ਆ ਕੇ ਕੀ ਕਰ ਲੂ, ਜਿਹੜਾ ਸਪਰੈਡ ਹੋ ਗਿਆ ਤੇ ਆਉਂਦਾ ਹੀ ਕੁਛ ਨਹੀਂ ਕਰ ਸਕਦਾ। ਸਾਡੇ ਜਿਨ੍ਹਾਂ ਦੇ ਥੱਲੇ ਇਹ ਵੈਕਸੀਨ ਜਿਹੜੀ ਭੇਜੀ ਜਾ ਰਹੀ ਹੈ, ਮੇਜਰ ਜਨਰਲ ਡੈਨੀ ਫੋਰਟਨ ਨੇ ਇਹ ਕਿਹਾ, ਜਿਹੜਾ ਲੌਜਿਸਟਿਕ ਤੇ ਵੈਕਸੀਨ ਰੋਲ ਆਊਟ ਕਰਦਾ ਹੈ ਕੈਨੇਡਾ ਦੇ ਵਿੱਚ, ਕਿ ਫਾਈਜ਼ਰ ਤੇ ਜਾਂ ਹੋਰ ਵੈਕਸੀਨ ਨੇ ਜਿਹੜੀਆਂ ਅਗਲੇ ਹਫ਼ਤੇ ਸਾਨੂੰ ਨਹੀਂ ਮਿਲਣੀਆਂ। ਹੁਣ ਪੰਗਾ ਇੱਕ ਸ਼ਾਟ ਲਾ ਕੇ ਦੂਸਰਾ ਸ਼ਾਟ ਲੱਗਣਾ ਤੇ ਇਹਦੇ ਵਿੱਚ
इशू ये है भी सरकारां कह तो रही ने कि सानू असी दवांगियां ते पहुंचणगियां, पर असल पहुंचणगियां कद, ये एक जिहड़ी इशू है। दूसरे पासे हुण सारा कुछ अच्छा हो जाए तां इहदे विचों अप्रैल दी जिहड़ी मे बी स्प्रिंग दी इलैक्शन जिहड़ी वो हो सकती है। अलामतां तुसीं सुन रहे हो, अदर ਜਾਂ कूकां पैंदियां ने ना, वो अलामतां हुंदियां ने भी अपना अपना बंदा साहब ली छेती। डोज पहला शुरू हो गए, कैंपेन के समय होंदी है, हुण पहला डोज थोड़ी जी शुरू हो जाती है, फिर इस तरह ही हुंदा। ते ये जिहड़ी हुण जिहड़ी कोई वड्डी गल, क्योंकि ये जिहड़ा $2,000 तुहानूं आ गया, ये तो आ गया तुहानूं 5-7 हज़ार, पर जिहड़े अरबां डॉलर का होर होया कुछ, जिहदे विच नवदीप बैंस उन्हां दी तुहानूं 2018 दस के हटिया $1 अरब की जिहड़ी इनोवेशन ते ग्रांट जिहड़ी रिसर्च दी दित्ती है 4 कंपनियां नूं, जिस चों कहंदे सी 50,000 नौकरियां निकलणगीਆਂ। $1 अरब खर्च के 50,000 नौकरी वो भी नहीं निकलियां, वो भी नहीं निकलियां, क्योंकि रिसर्च का की मूँह से रिसर्च करते हो, रिसर्च के रिजल्ट नहीं आए, नहीं छापे। $250 मिलियन आप तो 5-7 हज़ार नाल ही खुश हो जाते हैं भी आ गए 5-6 महीने, तो बहुत देता सरकार ने, बहुत देता सरकार ने, कित्थों देना है? सरकार के किहड़े थ्रैशर चलते हैं? आउण लग जाने चिट्ठियां, हनीमून पीरियड निकलते हो, तुहानूं वो किसी ना किसी तरीके तुहाडी जेब चों वापस लै लेना उन्हां ने। पर यही हुंदा, ये नहीं सारियां सरकारां इस तरह करदियां ने, एक नहीं करदा। ते हुण अगली जिहड़ी वड्डा इशू हो रहा कीस्टोन एक्सल दा, कीस्टोन एक्सल दे लई ट्रूडो उन्हां ने कहा भी बाइडन साडी गल सुने, साडे व्यू लवे। ਉਹਦੀ ਹੁਣੀ ਉਹ ਜਿਹੜੇ ਬੰਦੇ ਨੇ ਪਹਿਲਾਂ ਕਹਿਤੀ, ਜਿਹਦੇ ਪ੍ਰੋਮਿਸ ਕਰਕੇ, ਜਿਹੜਾ ਵਾਅਦਾ ਕਰਕੇ ਉਸਨੇ ਪਹਿਲਾਂ ਕਹਿਤਾ ਵੀ ਮੈਂ ਕੀਸਟੋਨ ਨਹੀਂ ਆਉਣ ਦੇਣੀ। ਉਹ ਕਹਿੰਦੇ ਅਸੀਂ ਲੁੱਕ ਤੁਹਾਡੀ ਕਿਉਂ ਸਾਡੀ ਧਰਤੀ ਤੇ ਆਉਣ ਦਈਏ। $1.5 ਅਰਬ ਲੱਗ ਗਿਆ, $6 ਅਰਬ ਦਾ ਲੋਨ ਗ੍ਰਾਂਟ ਕੀਤਾ ਹੋਇਆ ਆ ਸਾਲ ਦੇ ਵਿੱਚ। ਇਹਦੇ ਨਾਲ ਜਿਹੜੀ ਟਰਾਂਸ ਮਾਊਂਟੇਨ ਪਾਈਪਲਾਈਨ ਹੈ ਉਹ ਵੀ ਤੁਹਾਡੇ ਸਿਰ ਤੇ ਹੈ, ਜਿਹੜੀ ਉਹ ਤਾਂ ਹੁਣ ਤਾਂ ਸਰਕਾਰ ਨਹੀਂ, ਤੁਸੀਂ ਖਰੀਦੇ ਬੈਠੇ ਹੋ। ਇਹ ਜਿਹੜਾ ਇਹ ਵੀ ਚੱਲ ਜਿਹੜੇ ਉਸ ਦੀ ਗੱਲ ਉਹ ਕਦ ਹੋਣੀ ਹੈ ਜਾਂ ਵਿਕਣੀ ਹੈ ਜਾਂ ਉਹਨੂੰ ਕੌਣ ਲਊਗਾ, ਸਮਾਂ ਜਿਹੜਾ ਆਉਣ ਵਾਲਾ, ਦੁਨੀਆ ਤਾਂ ਦੁਆਰਾ ਜਾ ਰਹੀ ਹੈ ਰੀਨਿਊਏਬਲ એનર્ਜੀ ਵੱਲ ਨੂੰ, ਕਲੀਨ એનર્ਜੀ ਵੱਲ ਨੂੰ। ਉਹ ਲਾਓ ਜੀ ਘਰਾਂ ਤੇ सोलर सिस्टम लाओ, गड्डियां दा इलैक्ट्रिक गड्डियां आ रही ने। ते पर इस समय जिहड़ी इन्वेस्टमेंट जिहड़ी वड्डियां कर देनियां सरकारां दियां, क्योंकि सरकारां जद नैशनलाइज किया सी ट्रांस माउंटेन नूं, जद भी बहुत लिखिया सी 2018 मई दे विच, ते मैकलीन ने भी लिखा, स्टार ने भी लिखा, नेशनलाइजिंग ट्रांस माउंटेन पाइपलाइन ए बिग मिस्टेक, जस्टिन ट्रूडो BC ब्लंडर, ट्रांस माउंटेन पाइपलाइन दे विच 16 दे 18 दी खबरां ने। इस तरह ही हुण ये जिहड़ा इशू वड्डा होया है, वो ये पाइपलाइन कीस्टोन पाइपलाइन भी ते ट्रांस माउंटेन पाइपलाइन भी चल रही हैं, पहलां पुरानियां चलदियां ने। 1953 दी जिहड़ी अल्बर्टा तो बर्नबी वाली जिहड़ी बिल्कुल पानी के कंढे रिफाइनरी है, वो 53 की चल रही है। उस तो बाद फिर किंडर मॉर्गन टैक्सस की कंपनी से, देखो तुसीं अमेरिकन कंपनी नूं किड्डा वड्डा रिवार्ड है, उन्होंने 4.5 4.5 बिलियन की लैके वो तो करते फ्री, हुक तो लाते। हुण किहदी आ पाइपलाइन? कनेडियन दी। जिस तरह कीस्टोन पाइपलाइन दे विच $1.5 अरब कैनी ने दे दिता, ਤੇ ਹੁਣ ਕਿੱਥੇ ਜਾਣਾ? ਉਹ ਤੁਸੀਂ ਭਾਲਦੇ ਹੋ ਵੀ ਬਾਈਡਨ ਹਾਂ ਕਰ ਦੂ? ਨੋ, ਹੁਣ ਤਾਂ ਮਿੰਤਾਂ ਨੇ, ਸਾਨੂੰ ਕੰਸੀਡਰ ਕਰਿਓ ਜੀ, ਸਾਨੂੰ ਇਹ ਕਰਿਓ, ਨਹੀਂ ਹੋਣੀ ਗੱਲ। ਇਹਦੇ ਵਿੱਚੋਂ ਸਾਰੇ ਜਿੰਨੇ ਵੀ ਨੇ ਜਿਹੜੇ ਬਾਕੀ ਪਾਰਟੀਆਂ ਨੇ, ਹਲੇ ਪੂਰੀ ਇਹਦੀ ਪਾਈਪਲਾਈਨ ਦੀ ਕਿੰਨੀ ਕੀਮਤ ਹੋਣੀ ਹੈ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਹਲੇ ਨਹੀਂ ਪਤਾ। ਜਿਹੜੀ ਕਿੰਡਰ ਮੌਰਗਨ ਦੇ ਐਗਜ਼ਿਸਟਿੰਗ ਐਸੈਟਸ ਨੇ
ਪਹਿਲੇ ਜਿਹੜਾ ਕਿੰਡਰ ਮੋਰਗਨ ਦਾ ਉਹ $4.5 ਅਰਬ ਦੇ ਵਿੱਚ ਉਹੀ ਖਰੀਦਿਆ। ਜਿਹੜੀ ਕੰਪਨੀ ਨੇ ਗਾਹਾਂ ਬਣਾਉਣੀ ਸੀ ਉਹ ਸੀ $7.5 ਬਿਲੀਅਨ। ਹੁਣ 4.5 ਉਹਨਾਂ ਨੂੰ ਦੇਣ ਤੋਂ ਬਾਅਦ ਹਲੇ ਕਿੰਨਾ ਲੱਗੂਗਾ ਉੱਪਰ, ਵੇਖਿਓ ਤੁਸੀਂ। ਇਹ ਤਾਂ ਹੀ ਜਿਹੜੇ ਰਾਜਨੀਤਿਕ ਹੁੰਦੇ ਨੇ ਉਹਨਾਂ ਨੂੰ ਇਹੀ ਹੁੰਦਾ ਕਿ ਹੁਣ ਲੋਕ ਭੁੱਲ ਜਾਂਦੇ ਨੇ 2 ਦਿਨ 4 ਦਿਨ 5 ਦਿਨ, ਉਹਦੇ ਬਾਅਦ ਵੋਟਾਂ ਪੈ ਜਾਣੀਆਂ। ਹੁਣ ਬਈ ਉਹਦੇ ਚ ਤਿਆਰੀ ਹੈ ਜੀ, ਪੈਸੇ ਵੰਡੇ ਹੋਣੇ, ਲੋਕਾਂ ਦੇ ਵੀਜ਼ੇ ਵੂਜ਼ੇ ਲਵਾਏ ਹੋਣੇ, ਚੱਕ ਦਿਓ ਕੰਮ। ਪਰ ਉਹਦਾ ਰੂਟ ਕਾਜ਼ ਆ ਜਿਹੜਾ ਅਸਲ ਜਿਹੜੀ ਮਸਲੇ ਦੀ ਜੜ ਹੈ ਉਹਦੇ ਤੇ ਜੇ ਸਾਡੀ ਨਿਗਾਹ ਨਹੀਂ ਹੈ ਫਿਰ ਅਸੀਂ ਬਾਰ-ਬਾਰ ਤੁਰ ਫਿਰ ਜਾਂਦੇ, ਕਿਉਂਕਿ ਨਿੱਜ ਜਿੱਥੇ ਆ ਜਾਂਦਾ, ਨਿੱਜ ਨੇ ਸਾਨੂੰ ਕੀ ਦੇਣਾ। ਨਿੱਜ ਦੇ ਵਿੱਚ ਤਾਂ ਗੁਲਾਮੀ ਹੈ, ਜਿੰਨੀ ਮਰਜ਼ੀ ਆਪਾਂ ਕਰ ਲਈਏ। ਕਲੈਕਟਿਵ ਕਮਿਊਨਿਟੀ ਇੱਕ ਮੰਚ ਤੇ ਕੰਮ ਕਰਦੀ ਹੈ ਤੇ ਉੱਥੋਂ ਤੁਸੀਂ ਖੜ ਸਕਦੇ ਹੋ। ਛਲਾਵੇ ਤੁਹਾਨੂੰ ਦੇ ਦਿੱਤੇ ਜਾਂਦੇ ਨੇ ਬਦਲਾਅ ਦੇ, ਦੇਖੋ ਜੀ ਫਲਾਣੀ ਇੱਕ ਟੀਮ ਕਰਪਟ ਹੈ, ਅਸੀਂ ਵਧੀਆ ਆਵਾਂਗੇ, ਉਦੋਂ ਦੁੱਗਣੇ ਕਰਪਟ ਆ ਜਾਂਦੇ ਨੇ। ਤੁਹਾਡੇ ਸਾਹਮਣੇ ਸਾਰਾ ਕੁਛ ਆਲੇ ਦੁਆਲੇ ਵਾਪਰ ਰਿਹਾ, ਕਿਉਂਕਿ ਜਦ ਇੱਕੋ ਹੀ ਚੀਜ਼ ਮਹੀਨਾ ਸੁਣਾਈ ਜਾਣੀ ਆ। ਉਹ ਕਹਿੰਦੇ ਨੇ ਜਿੱਦਣ ਇਰਾਕ ਤੇ ਹਮਲਾ ਕੀਤਾ ਬਈ ਇਹਦੇ ਕੋਲ ਜੈਵਿਕ ਹਥਿਆਰ ਨੇ, ਪੌਵਲ ਉਹਨਾਂ ਨੇ ਤੇ ਬੁਸ਼ ਉਹਨਾਂ ਨੇ ਪਤਾ ਨਹੀਂ ਕਿੰਨੀ ਵਾਰ ਝੂਠ ਬੋਲਿਆ। ਹਿਟਲਰ ਵੀ ਕਹਿੰਦਾ ਇੰਨੀ, ਹਿਟਲਰ ਦਾ ਮਿਨਿਸਟਰ ਕਹਿੰਦਾ ਹੁੰਦਾ ਸੀ ਵੀ ਇੰਨੀ ਵਧੀਆ ਝੂਠ ਬੋਲੋ ਕਿ ਸੱਚ ਲੱਗਣ ਲੱਗ। ਇਹ ਜਿਹੜੀ ਰਾਜਨੀਤੀ ਆਲੇ ਚੱਲ ਰਹੀ ਹੈ, ਇਸ ਜਿਹੜਾ ਅਮਰੀਕਾ ਦਾ ਅਕਸ ਦੁਨੀਆ ਦੇ ਵਿੱਚ ਜਿਵੇਂ ਹੁਣ ਵੇਖਿਆ ਹੋਇਆ ਜਿਹੜਾ ਕੁਛ ਚੱਲ ਰਿਹਾ ਉੱਥੇ, ਮਤਲਬ ਜਿਵੇਂ ਕੈਪੀਟਲ ਜਿਹੜੀ ਟੋਟਲੀ ਵਾਸ਼ਿੰਗਟਨ DC ਦਾ ਏਰੀਆ ਸੀਲ ਕੀਤਾ ਪਿਆ ਤੇ ਉੱਥੇ ਐਡਾ ਵੱਡਾ ਇੱਕ ਇਸ਼ੂ ਖੜਾ ਹੋਇਆ ਪਿਆ ਵੀ ਸਾਡੀਆਂ ਵਰਦੀਆਂ ਦੇ ਵਿੱਚ ਕਿਤੇ ਬੰਦੇ ਨਾ ਘੁਸ ਜਾਣ। ਮਿਲਟਰੀ ਆਹ ਗੱਲ ਤੇ ਖੜੀ ਹੈ। ਨੈਸ਼ਨਲ ਗਾਰਡ ਦੀ ਇੱਕੇ ਬਟਾਲੀਅਨ ਲਾਈ ਹੈ ਜਿਹੜੇ ਆਪਸ ਵਿੱਚ ਜਾਣਦੇ ਆ ਵੀ ਇਹ ਗੱਲ ਨਿਕਲੇ ਸੀ। FBI ਨੇ ਦੱਸੀ ਵੀ ਵਰਦੀ ਪਾ ਕੇ ਕੋਈ ਬੰਦਾ ਵਿੱਚ ਵੜ ਸਕਦਾ। ਉੱਥੇ ਉਹਨੇ ਪ੍ਰੋਮਿਸ ਜਿਹੜੇ ਕੀਤੇ ਹੋਏ ਨੇ ਜੋ ਬਾਈਡਨ ਨੇ, ਉਹਨੇ ਪਹਿਲਾਂ ਕਿਹਾ ਸੀ ਵੀ ਕੀਸਟੋਨ ਪਾਈਪਲਾਈਨ ਜਿਹੜੀ ਹੈ ਉਹ ਨਹੀਂ ਮੈਂ ਆਉਣ ਦੇਣੀ। ਤੇ ਜਿਹੜਾ ਇਮੀਗ੍ਰੇਸ਼ਨ ਦਾ ਰਿਫਾਰਮ ਕਰ ਰਿਹਾ ਉਹ ਬਹੁਤ ਜਿਹੜਾ ਵੱਡਾ ਕਰ ਰਿਹਾ। ਮਿਚ ਮਕੋਨਲ ਨੇ ਬਹੁਤ ਪਾਵਰਫੁਲ, ਜਿਹੜਾ ਤੁਹਾਨੂੰ ਪਤਾ ਮੈਜੋਰਟੀ ਦਾ ਲੀਡਰ ਹੈ, ਉਸਨੇ ਹੁਣੇ ਕਿਹਾ 2 ਘੰਟੇ ਬਾਅਦ ਪਹਿਲਾਂ ਆਈ ਹੈ ਨਿਊਜ਼, ਉਹ ਕਹਿੰਦੇ ਵੀ ਜਿਹੜੀ ਰਾਈਟ ਹੋਏ ਨੇ ਕੈਪੀਟਲ ਤੇ ਪ੍ਰੈਜ਼ੀਡੈਂਟ ਤੇ ਹੋਰ ਪਾਵਰਫੁਲ ਬੰਦਿਆਂ ਨੇ ਹੋਏ ਨੇ। ਇਹ ਗੱਲ ਵੀ ਚੱਲਦੀ ਸੀ ਵੀ ਜਾਂਦਾ ਜਾਂਦਾ ਕਿਤੇ ਉਹਨਾਂ ਨੂੰ ਮਾਫੀ ਨਾ ਦੇ ਜਾਵੇ, ਪਾਰਡਨ ਨਾ ਕਰ ਦੇਵੇ, ਪਰ ਹਟ ਗਿਆ। ਤਾਂ ਕੱਲ ਦਾ ਹੀ ਜਿਹੜੀ ਦਿਨ ਸਵੇਰੇ 8 ਵਜੇ ਆਪਣਾ ਜਿਹੜਾ ਸ਼ੁਰੂ ਹੋ ਜਾਣਾ। 2 ਵਾਰ ਇੰਪੀਚ ਹੋਣ ਵਾਲਾ ਪਹਿਲਾ ਰਾਸ਼ਟਰਪਤੀ ਹੈ ਤੇ ਤਿਆਰੀ ਹੈ ਮਤਲਬ ਉੱਡਣ ਦੀ। ਕੱਲ ਨੂੰ ਉਹਨੇ ਸੈਰੇਮਨੀ 'ਚ ਸ਼ਾਮਲ ਨਹੀਂ ਹੋਣਾ, ਨਹੀਂ ਤਾਂ ਵਾਈਟ ਹਾਊਸ ਦਾ ਟੂਰ ਲਵਾਉਂਦਾ ਪਹਿਲਾ ਜਿਹੜਾ ਜਾਣ ਵਾਲਾ ਪ੍ਰੈਜ਼ੀਡੈਂਟ ਹੁੰਦਾ, ਨਵੇਂ ਪ੍ਰੈਜ਼ੀਡੈਂਟ ਨੂੰ ਘੁਮਾਉਂਦਾ ਤੇ ਬਹੁਤ ਵਧੀਆ ਮਾਹੌਲ ਹੁੰਦਾ। ਤੇ ਇੱਧਰ ਹੁਣ ਪਾਮ ਸਪਰਿੰਗ ਦੇ ਵਿੱਚ ਫਲੋਰੀਡਾ ਦੇ ਵਿੱਚ ਜਿੱਥੇ ਅਰਬਾਂਪਤੀ ਲੋਕ ਰਹਿੰਦੇ ਨੇ, ਉੱਥੇ ਬਹੁਤ ਮਹਿੰਗਾ ਜਿਹੜਾ ਇੱਕ ਰਿਜ਼ੋਰਟ ਹੈ ਆਪਣਾ ਟਰੰਪ ਉਹਨਾਂ ਦਾ, ਜਿੱਥੇ ਕਲੱਬ ਹੈ ਮਹਿੰਗਾ ਉਹਨਾਂ ਦਾ, ਤੇ ਉਸ ਦੇ ਵਿੱਚ ਉਹਨੂੰ ਪਰ ਰੈਜ਼ੀਡੈਂਸ ਨਹੀਂ ਬਣਾ ਸਕਦੇ। ਗੁਆਂਢੀਆਂ ਨੇ ਆਲੇ ਦੀ ਪਹਿਲਾਂ ਹੀ ਕਹਿ ਦਿੱਤਾ, ਕਹਿੰਦੇ ਇੱਥੇ ਅਸੀਂ ਇਹਦੇ 'ਚ ਤੁਸੀਂ ਇਹਨੂੰ ਰੈਜ਼ੀਡੈਂਸ ਨਹੀਂ ਬਣਾ ਸਕਦੇ, ਇੱਕ ਅੱਧੀ ਰਾਤ ਰਹਿ ਸਕਦੇ। ਪਰ ਟਰੰਪ ਦਾ ਮਨ ਆ ਉੱਥੇ ਰਹਿਣ ਦਾ। ਸੋ ਇਹ ਰਾਜਨੀਤੀ ਜਿਹੜੀ ਚੱਲ ਰਹੀ ਹੈ ਕੈਪੀਟਲ ਦੇ ਵਿੱਚ, ਜਾਂ ਅਸੀਂ ਸਾਡੇ ਟਰੂਡੋ ਹੁਣੀ ਕਹਿ ਰਹੇ ਨੇ ਕਿ ਕੈਨੇਡਾ ਦੇ ਵਿਊਜ਼ ਸੁਣੇ ਜਾਣ ਕੀਸਟੋਨ ਐਕਸਲ ਦੇ ਵਿੱਚ, ਉਹਦੀ ਪੋਸੀਬਿਲਿਟੀ ਨਹੀਂ ਹੈ। ਪਹਿਲੇ ਐਗਜ਼ੈਕਟਿਵ ਆਰਡਰਾਂ ਦੇ ਵਿੱਚ ਇਹ ਪਾਈਪਲਾਈਨ ਜਿਹੜੀ ਹੈ ਉਹ ਰੱਦ ਹੋਣੀ ਹੈ, ਤੁਹਾਡੇ ਸਾਹਮਣੇ ਆ। ਤੇ ਅਲਬਰਟਾ ਦੇ ਲੋਕ ਪਹਿਲਾਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਨੇ, ਉਹ ਨਿਕਲ ਰਹੇ ਨੇ ਤੇ ਹੋਰ ਅਰਬਾਂ ਡਾਲਰ ਉਹਨਾਂ ਦੇ ਸਿਰ ਤੇ ਪੈ ਜਾਣਾ। ਬਾਕੀ ਦੇ ਦਿਨਾਂ ਦੇ ਵਿੱਚ ਮੁਕਤਸਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਪਸ਼ੂ ਧਨ ਮੇਲਾ ਇੱਕ ਜਿਹੜਾ ਬਾਦਲ ਸਰਕਾਰ ਵੱਲੋਂ ਸ਼ੁਰੂ ਹੋਇਆ ਸੀ, ਉਹ ਅੱਜ ਕੱਲ੍ਹ ਚੱਲ ਰਿਹਾ। ਉਹਦੀਆਂ YouTube ਤੇ ਵੀਡੀਓ ਵੀ ਬਹੁਤ ਵਧੀਆ ਨੇ, ਬਹੁਤ ਸੋਹਣੇ ਘੋੜੇ ਤੇ ਘੋੜੀਆਂ ਉੱਥੇ ਵੇਖਣ ਆਉਂਦੀਆਂ ਨੇ। ਬਾਕੀ
ਮੱਝਾਂ ਗਾਵਾਂ ਝੋਟੇ ਸਾਨ ਸਾਰਿਆਂ ਦੇ ਉਹਨਾਂ 'ਚ ਉਹਨਾਂ ਵੇਲੇ ਤਾਂ ਬਾਦਲ ਸਰਕਾਰ ਵੇਲੇ ਤਾਂ ਇਨਾਮ ਬਹੁਤ ਸੀ, ਕਿਉਂਕਿ ਸੁਖਬੀਰ ਬਾਦਲ ਉਹਨਾਂ ਨੂੰ ਆਪ ਘੋੜਿਆਂ ਦਾ ਬੜਾ ਸ਼ੌਕ ਹੈ। ਤੇ ਉਸ ਏਰੀਏ ਦੇ ਰਾਜਨੀਤਿਕ ਜਿੰਨੇ ਨੇ ਬੰਦੇ ਤੇ ਉਹਨਾਂ ਦੇ ਵੱਡੇ ਸਟੱਡ ਫਾਰਮ ਨੇ, ਮਨਦੀਪ ਸਿੰਘ ਸਿੱਧੂ ਜਿਹੜੇ ਪੁਲਿਸ 'ਚ ਨੇ SSP, ਉਹਨਾਂ ਦਾ ਦੇ ਕੋਲ ਬਹੁਤ ਵਧੀਆ ਸਟੱਡ ਫਾਰਮ ਹੈ। ਤੇ ਕੀ ਢਿੱਲੋਂ ਫਰੀਦਕੋਟ ਹੋਰ ਵੀ ਬਹੁਤ ਸੋਹਣੇ ਘੋੜੇ ਨੇ ਉੱਥੇ। ਜਿਹੜਾ ਬਹੁਤ ਲੋਕ ਇਸ ਵਾਰ ਪਹੁੰਚਦੇ ਨੇ ਮਾਘੀ ਦੇ ਇਹਨਾਂ ਦਿਨਾਂ ਦੇ ਵਿੱਚ। ਤੇ ਇੱਕ ਅੱਜ ਸਵੇਰੇ ਨਾ ਸ਼ਬਦ ਕਿਸੇ ਮਿੱਤਰ ਨੇ ਵਰਤਿਆ ਵੀ ਅਸਤਰ ਫਲਾਣਾ ਬੰਦਾ ਬੜਾ ਅਸਤਰ ਹੈ ਯਾਰ। ਵੀ ਅਸਤਰ ਦਾ ਮਤਲਬ ਲੱਭਿਆ ਜਾਵੇ ਜਿਹੜਾ ਮਹਾਨ ਕੋਸ਼ ਦੇ ਵਿੱਚੋਂ। ਅਸਤਰ ਮਹਾਨ ਕੋਸ਼ ਦੇ ਵਿੱਚ ਲਿਖਿਆ ਮਤਲਬ ਅਸਲ ਉਹ ਖੱਚਰ ਹੀ ਹੈ, ਜਿਹੜਾ ਸ਼ਬਦ ਅਗਲਾ ਅਸਲ ਤਾਂ ਅਸਤਰ ਹੀ ਹੈ। ਮਤਲਬ ਅੱਜ ਮੈਂ ਵੇਖ ਰਿਹਾ ਸੀ ਰਾਜਸਥਾਨ ਤੋਂ ਖੱਚਰਾਂ ਵੀ ਉੱਥੇ ਵਿਕਣ ਆਈਆਂ ਹੋਈਆਂ। ਇੱਕ ਅਲੱਗ ਬਰੀਡ ਹੈ। ਜੇ ਤੁਸੀਂ ਗਧਾ ਵੇਖਦੇ ਹੋ ਤੇ ਘੋੜਾ ਘੋੜੀ ਵੇਖਦੇ ਹੋ, ਗਧੇ ਨੂੰ ਤਾਂ ਪਤਾ ਆਪਾਂ ਪਿੰਡਾਂ ਚਿੱਟਾਂ ਧੋਂਦੇ ਹੁੰਦੇ ਉਹਨਾਂ ਦੇ ਨਾਲ, ਮਤਲਬ ਉਹਨੂੰ ਦੇਖਦੇ ਕਿੰਨਾ ਵਜ਼ਨ ਢੋਂਦਾ, ਤੇ ਧੋਬੀਆਂ ਦੇ ਕੋਲ ਵੀ ਹੁੰਦੇ। ਖੱਚਰ ਜਿਹੜਾ ਇੱਕ ਬਰੀਡ ਤਿਆਰ ਕੀਤੀ, ਖੱਚਰ ਆ ਜਿਹੜੀ ਉਹ ਘੋੜੀ ਤੇ ਗਧੇ ਦਾ ਜਿਹੜਾ ਉਹ ਮੇਟਿੰਗ ਕਰਾ ਕੇ ਨਾ ਉਹ ਚੋਂ ਖੱਚਰ ਪੈਦਾ ਹੁੰਦੀ। ਉਹ ਸਭ ਤੋਂ ਵਜ਼ਨ ਦੇ ਲਈ ਰੇੜਾ ਬਾਉਣ ਵਾਲੇ ਪਰਜਾਪਤ ਪਿੰਡਾਂ ਵਾਲੇ ਆਪਣੀ ਜਿੰਨਾ ਸਮਾਨ ਉਹਦੇ ਤੋਂ ਖੜਦੀਆਂ ਬੋਰੀਆਂ ਆਉਂਦੇ। ਪਰ ਹੁਣ ਉਹਦਾ ਕੱਦ ਕਾਠ ਵੀ ਓਡਾ ਹੋ ਜਾਂਦਾ ਤੇ ਖੁਰੀਆਂ ਵੀ ਉੱਕਣੇ ਲੱਗਦੀਆਂ ਨੇ ਉਹਦੇ ਪੈਰਾਂ ਦੇ ਵਿੱਚ, ਜਿਵੇਂ ਘੋੜੀਆਂ ਦੇ ਤੇ ਘੋੜਿਆਂ ਦੇ ਲੱਗਦੀਆਂ। ਪਰ ਉਹ ਖੱਚਰ ਆ ਜਿਹੜੀ ਉਹਦਾ ਉਹ ਘੋੜੀ ਤੇ ਘੋੜਾ ਨਹੀਂ ਕਦੇ ਵੀ ਬਣ ਸਕਦਾ। ਖੱਚਰ ਨੇ ਤਾਂ ਖੱਚਰ ਰਹਿਣਾ। ਉਹਨਾਂ ਦੇ ਮਨ 'ਚ ਹੁੰਦਾ ਕਈ ਵਾਰ ਭੱਜਣ ਨੂੰ, ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਪਿੰਡਾਂ ਦੇ ਪਰਜਾਪਤ ਨੂੰ ਗੇੜਾ ਤਾਂ ਲਵਾਓ, ਕਹਿੰਦਾ ਗੇੜੇ ਵਾਲੀ ਨਹੀਂ ਹੈ, ਇਹ ਤਾਂ ਵਜਨ ਢੋਣ ਵਾਲੀ ਹੈ, ਇਹ ਤਾਂ ਬਸ ਸਿਰਫ ਇਹਦੇ ਰੇੜਾ ਇਹਦੇ ਨਾਲ ਵਾਹੁਣਾ ਬਸ, ਡੰਗਰ ਮੰਗੂ ਇਹ ਨਹੀਂ। ਇਹ ਜਿਹੜੀ ਘੋੜੇ ਤੇ ਘੋੜੀਆਂ ਦੀ ਗੱਲ ਹੋਰ ਹੈ। ਤੇ ਖੱਚਰ ਦੇ ਜਿਹੜੇ ਨਾਲ ਅਸਤਰ ਵੀ ਸ਼ਬਦ ਉਹੀ ਹੈ। ਤੇ ਖੱਚਰ ਦਾ ਗਾਹਕ ਵੀ ਨਿਤ ਨਵਾਂ, ਹਰ ਰੋਜ਼ ਨਵਾਂ ਉਹਦੇ ਤੇ ਵਜਨ ਆਉਣਾ, ਹਰ ਰੋਜ਼ ਨਵਾਂ ਵਜਨ ਉਹ ਲੱਦ ਕੇ ਲਿਆਉਂਦੇ ਨੇ। ਇੱਕ ਦਿਨ 4 ਬੋਰੀਆਂ ਖੜਦੀਆਂ ਕਿਸੇ ਦੀਆਂ ਲੈ ਆਏ, ਦੂਜੇ ਦਿਨ ਚੀਨੀ ਦੀ ਬੋਰੀ ਕਿਸੇ ਦੀ ਪਿੰਡ ਤੋਂ ਲੈ ਆਏ, ਇੱਧਰੋਂ ਜਾਂਦੇ ਉੱਧਰੋਂ ਖਾਲੀ ਮੁੜ ਕੇ ਆਉਂਦੇ ਮੰਡੀ 'ਚ। ਉਹ ਵੀ ਇੱਕ ਉੱਥੇ ਵਿਕਣ ਆਈ ਖੱਚਰ। ਹੁਣ ਘੋੜਿਆਂ ਦਾ ਮੁੱਲ ਲਾਈ ਬੈਠੇ ਨੇ, ਕੋਈ 10 ਲੱਖ ਲਾਈ ਬੈਠਾ, ਕੋਈ 20 ਲੱਖ ਲਾਈ ਬੈਠਾ। ਉਹ ਖੱਚਰ ਦਾ ਇੱਕ ਦਾ 7 ਲੱਖ ਆਪਣਾ ਮੰਗੀ ਜਾਵੇ। ਉਹ ਕਹਿੰਦਾ ਵੀ ਇਸ ਕੁਆਲਿਟੀ ਕੀ ਹੈ? ਕਹਿੰਦਾ ਕੁਆਲਿਟੀ ਕੋਈ ਨਹੀਂ, ਜਾਨ ਬਹੁਤ ਹੈ ਇਹਦੇ 'ਚ, ਵਜ਼ਨ ਬਹੁਤ ਹੈ। ਖੱਚਰ ਰੇੜਾ ਦੌੜ ਵੀ ਹੁੰਦੀ ਹੈ ਪਿੰਡਾਂ ਦੇ ਵਿੱਚ, ਆਪਾਂ ਦਿਖਾਉਂਦੇ ਹੁੰਦੇ ਇਹਦੇ 'ਚ ਟੂਰਨਾਮੈਂਟਾਂ ਦੇ ਵਿੱਚ ਭਜਾਉਂਦੇ ਨੇ, ਉੱਠਦੇ ਆ, ਜਾਤੂ ਫਿਰਦਾ, ਤੁਸੀਂ ਵੇਖਿਆ ਕਿਵੇਂ ਕੀ ਕੁਛ ਹੁੰਦਾ। ਹੁਣ ਉਹ ਪ੍ਰਜਾਤੀ ਇੱਕ ਦੋ ਚੀਜ਼ਾਂ ਦੇ ਸੰਧ 'ਚ ਬਣ ਗਈ। ਲੋਕ ਹੱਸਣ ਨਾਲ ਹੀ ਲੋਕ ਰਾਣੇ ਇੱਕ TV ਵਾਲਾ ਮੁੰਡਾ ਉਹ ਪਹੁੰਚਿਆ ਹੋਇਆ ਤੇ ਉਹ ਮਾਲਕ ਖੱਚਰ ਦਾ ਕਹੇ, ਕਹਿੰਦਾ ਪਤਾ ਕੰਮ ਕਿੰਨਾ ਕਰਦੀ ਹੈ, ਵਜਨ ਕਿੰਨਾ ਢੋਂਦੀ ਹੈ, ਤੈਨੂੰ ਪਤਾ? ਸਵਾਰੀ ਨਹੀਂ ਕਹਿੰਦਾ ਇਹ ਤੇ ਕਰ ਸਕਦਾ। ਉਹ ਉੱਥੇ ਪਸ਼ੂ ਧਨ ਮੇਲੇ 'ਚ ਬੜਾ ਕੁਛ ਵਿਕਣ ਆਇਆ ਹੋਇਆ। ਵੇਖਿਓ YouTube ਤੇ ਬੜਾ ਸੋਹਣਾ ਉਹਨਾਂ ਨੇ ਡਿਸਪਲੇ ਕੀਤਾ। ਜਾਨਵਰ ਬਹੁਤ ਛੋਟੇ, ਚਕੋਰ ਵਗੈਰਾ, ਤਿੱਤਰ ਬਟੇਰੇ, ਬਹੁਤ ਕੁਛ ਆਇਆ ਹੈ। ਤੇ ਇਹ ਮੇਲਿਆਂ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਘੋੜੇ ਤੇ ਘੋੜੀਆਂ ਦਾ ਸ਼ਿਕਾਰ ਬਹੁਤ ਸ਼ੌਕੀਨ ਪੰਜਾਬ ਹੋਇਆ। ਬਹੁਤ ਸੋਹਣੇ ਘੋੜੇ ਘੋੜੀਆਂ ਰੱਖਦੇ ਆ ਤੇ ਇਹਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ। ਗਏ ਹੋਵੋਗੇ ਤੁਸੀਂ ਵੇਖਣ ਵੀ, ਜਿਹੜੇ ਕਈਆਂ ਨੇ ਵੇਖਿਆ ਹੋਏਗਾ ਉੱਥੇ ਦਾ ਜਿਹੜਾ ਪਸ਼ੂ ਧਨ ਮੇਲਾ। ਤੇ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਘੋੜਿਆਂ ਦੇ ਮੁੱਲ ਦੇ ਵਿੱਚ ਇੱਕ ਖੱਚਰ ਜਿਹੜੀ ਹੈ ਉਹ ਵਿਕਣ ਆਈ। ਪਰ ਹੁਣ ਉਹ ਸੇਮ ਸਾਰਾ ਹੀ ਕੁਛ, ਉਹ ਕਹਿੰਦਾ ਵੀ ਇਹਦੇ ਖੁਰੀਆਂ ਵੀ ਲੱਗਦੀਆਂ, ਇਹਦਾ ਸਾਰਾ ਕੁਛ। ਅਖਬਾਰ ਉਹ ਕਹਿੰਦਾ ਵੀ ਨਹੀਂ, ਘੋੜੇ ਤੇ ਘੋੜੀ ਦਾ ਤੇ ਖੱਚਰਾਂ ਦਾ ਬੜਾ ਫਰਕ। ਖੱਚਰ ਨੇ ਖੱਚਰ ਰਹਿਣਾ, ਘੋੜੇ ਨੇ ਘੋੜਾ ਰਹਿਣਾ। ਪਰ ਜਿਹੜੇ ਵਜਨ ਢੋਂਦੇ ਨੇ ਉਹ ਕਹਿੰਦੇ ਮੁੱਲ ਬਹੁਤ ਹੈ ਇਹਦਾ, ਤਾਂ ਵਜਨ ਬਹੁਤ ਢੋਂਦੀ ਹੈ, ਫਾਇਦਾ ਬਹੁਤ ਹੈ। ਇਹ ਨਾ ਹੋਵੇ ਵਜਨ ਕੌਣ ਢੋਵੇ। ਵੇਖਿਓ YouTube ਤੇ ਬਹੁਤ ਸੋਹਣੀਆਂ ਘੋੜੇ ਘੋੜੀਆਂ ਮੁਕਤਸਰ ਸਾਹਿਬ ਆਈਆਂ ਹੋਈਆਂ, ਨਾਲੇ ਮਾਘੀ ਦੇ ਦਿਨ ਨੇ, ਦਰਸ਼ਨ ਕਰ ਲਏ। ਅਲ ਜਜ਼ੀਰਾ ਨੇ ਅੱਜ ਕੁਝ ਖਬਰਾਂ ਛਾਪੀਆਂ ਨੇ। ਮਾਈਕ ਪੋਂਪੀਓ ਜਿਹੜਾ ਅਸਲ ਪਹਿਲਾਂ ਬਾਈਡਨ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ, ਹੁਣ ਕੀ ਜਾ ਰਿਹਾ
सब तो पहला तो मुस्लिम जिहड़े लोग ने उन्हां ते जिहड़ा ट्रंप ने ट्रैवल बैन लाया होया सी, ये एग्जैक्टिव ऑर्डर पहले दिनां दे होने ने, वो लाने ने। दूसरा 8 वरे जिन्हां नूं हो गए उन्हां दा राह जिहड़ा जनवरी 2021 दे विच उन्हां दा राह सीधा हो जाना इमीग्रेशन का, क्योंकि बहुत लोग दुखी हुए पिछले 4 सालों से। देश इमीग्रेंट के सिर ते ही चलते हैं, इमीग्रेंट ना होने देश नहीं चल सकते। बंद करते लोग आ गए बॉर्डर ते नाल दे लैटिन अमेरिका के देश हुण ग्वाटामाला तो तुड़े हुए ने लोग आ रहे हैं। हुण बाइडन उन्होंने कहता भी जेड़े 2021 नूं जिन्हां नूं 5 वरे हो गए जां 8 वरे हो गए उन्हां नूं असीं 5 वरे वालिआं नूं लीगल, 8 वरे वालिआं नूं जिहड़ा 5 वरे वालिआं नूं असीं ग्रीन कार्ड दे के 8 वरे च 3 वरिआं दे विच असीं इन्हां नूं सिटीजन बना देना। बहुत खुशी लोगों को हुई। 13 मिलियन लोग ने, 1.25 करोड़ लोग। हुण ये 2 पार्टियां ने देश दे विच, प्रेजिडेंट पहला एक है ते दूसरा डेमोक्रेट ते रिपब्लिकन दा फर्क कितना सी ये देखो। हुण की ट्रंप दे समय वजन लोगों का बढ़ जाना सी, वो उत्थे ही रह रहे ने ते बाइडन ने इस गल नूं स्वीकार कर लिया, नहीं मैं इलीगल नहीं बंदे रहन देने। ते किन्ने अपने वाला बॉर्डर टप्पे ने जद उस दिन जद उन्हें सख्ताई की, ओंटारियो वाला बॉर्डर ते विनीपैग वाला बॉर्डर बहुत लोग आए ने। ਇਹਦੇ ਵਿੱਚ ਹੁਣ ਉੱਥੋਂ ਫੇਰ ਸ਼ੁਰੂ ਹੋਣਾ। ਪਿੱਛੇ ਪਲੀਜ਼ ਸੁਨੇਹਾ ਦੇ ਦਿਓ ਕਿ ਇਹ ਪੱਕੇ ਜਿਹੜੇ ਜਨਵਰੀ 2021 2021 ਤੱਕ ਜਿਹੜੇ ਇੱਥੇ ਨੇ ਉਹਨਾਂ ਲਈ ਹੋ ਰਿਹਾ, ਨਵਿਆਂ ਲਈ ਨਹੀਂ ਹੋ ਰਿਹਾ ਕਿਤੇ ਉੱਥੋਂ ਫੇਰ ਛਿੱਲ ਲੈਣ ਲੱਗ ਜਵੇ ਏਜੰਟ ਤੁਰ ਪੈ। ਉੱਥੇ ਦਾ ਵਿਚਾਰਿਆਂ ਨੂੰ ਪਤਾ ਨਹੀਂ, ਇੱਥੇ ਆਇਆਂ ਦਾ ਜਿਹੜਾ ਹਸ਼ਰ ਹੋ ਰਿਹਾ ਸਾਹਮਣੇ ਸਰਕਾਰਾਂ ਦੇ ਹੋ ਰਿਹਾ, ਪ੍ਰੋਵਿੰਸ਼ੀਅਲ ਸਰਕਾਰਾਂ ਦੇ ਸਾਹਮਣੇ, ਆਟੋਆ ਵਾਲੀਆਂ ਸਰਕਾਰਾਂ ਦੇ ਸਾਹਮਣੇ ਕੀ ਕੁਛ ਹੋ ਰਿਹਾ ਕੋਈ ਪਤਾ ਤਾਂ ਕਰਿਓ। ਕਿਸੇ ਦਿਨ ਕੋਈ ਇਕੱਠ ਭਾਈਚਾਰਾ ਰੱਖ ਲਵੇ, ਭਾਈ ਆ ਜਾਓ ਜਿਨ੍ਹਾਂ ਨਾਲ ਹੋਇਆ ਤੇ ਤੁਹਾਨੂੰ ਦੱਸਣ। 40-40 50-50 60 ਹਜ਼ਾਰ ਡਾਲਰ ਰਾਜਨੀਤਿਕ ਬੰਦਿਆਂ ਦੀ ਸ਼ਹਿ ਉਹਨਾਂ ਨੂੰ ਪ੍ਰਾਪਤ ਹੈ ਤੇ ਚੱਲ ਰਿਹਾ ਕੰਮ। ਸਰਕਾਰਾਂ ਕਰਦੇ ਆ, ਹੋਵੇਗਾ ਕਦ ਹੋਊਗਾ? ਇਹੋ ਜਿਹੇ ਕਾਨੂੰਨ ਜਿਹੜੇ ਦੇਸ਼ 'ਚ ਨੇ ਜਿੱਥੇ ਕੋਈ ਪੁੱਛਦਾ ਹੀ ਨਹੀਂ, ਉੱਥੇ ਤੇ ਕੋਈ ਕਾਇਦਾ ਕਾਨੂੰਨ ਨਹੀਂ ਵੀ ਕਿਸੇ ਨੂੰ ਪੁੱਛਿਆ ਜਾਵੇ ਤੇਰੀ ਇਹ ਬੇਸ਼ੁਮਾਰ ਜਿਹੜੀ ਦੌਲਤ ਹੈ ਕਿੱਥੋਂ ਆਈ, ਇਹਦਾ ਬੇਸ ਕੀ ਹੈ। ਮਹਿੰਗਾਈ ਜਿਹੜੀ ਲਿਬਰਲ ਵੇਲੇ ਹੋਈ ਜਦ ਦੁਨੀਆ ਦੇ ਵਿੱਚੋਂ ਮਨੀ ਲਾਂਡਰਿੰਗ ਸ਼ੁਰੂ ਹੋਈ, ਪਹਿਲਾਂ BC ਲਿਬਰਲ ਵੇਲੇ ਕਿੱਥੋਂ ਚੱਕ ਕੇ ਲਿਆ ਕੇ ਦੁਨੀਆ ਦੇ ਵਿੱਚ ਪ੍ਰੀਮੀਅਰ ਤੁਰੀ ਫਿਰਦੀ ਆ ਜਾਓ ਜੀ ਸਾਡੇ ਇਨਵੈਸਟ ਕਰੋ। ਇਨਵੈਸਟਮੈਂਟ ਤਾਂ ਹੋ ਗਈ ਪਰ ਭਰ ਕੇ ਬੈਗ ਡਰੱਗ ਮਨੀ ਦੇ ਜਦ ਜਾਣ ਲੱਗ ਗਏ ਤੇ ਉਹਨਾਂ ਤੋਂ ਵੀ ਅੱਖਾਂ ਪਰੇ ਕਰਤੀਆਂ। ਮਿਨਿਸਟਰ ਵੀ ਪਰਾਂ ਹੋ ਗਿਆ ਦੇਖਣ ਲਈ ਤੇ ਦੂਜਿਆਂ ਨੂੰ ਵੀ ਇੰਸਟਰਕਸ਼ਨਾਂ ਦੇਤੀਆਂ ਵੀ ਇਹਨਾਂ ਨੂੰ ਰੋਕਿਓ ਨਾ। ਖਬਰਾਂ ਛਪੀਆਂ ਨੇ, ਹੁਣ ਰਿਪੋਰਟ ਉਹਦੀ ਇਨਕੁਆਇਰੀ ਅੱਗੇ ਚੱਲ ਰਹੀ ਹੈ, ਵੇਖਦੇ ਹਾਂ ਕੀ ਨਿਕਲੂਗਾ। ਇਹ ਵਕਤੀ ਤੌਰ ਤੇ ਤਾਂ ਚੰਗਾ ਲੱਗਦਾ, ਪਰ ਜਿਹੜੇ ਵਸਿੰਦੇ ਨੇ ਉਹਨਾਂ ਦੇ ਹੱਥੋਂ ਚੀਜ਼ ਬਾਹਰ ਚਲੇ ਜਾਂਦੀ। तो बाइडन उन्होंने ये एग्जैक्टिव ऑर्डर है। दूसरी माइक पोंपियो, अगले हिस्से च आपां अमेरिका की गल करांगे, तुसीं शामिल होकर दस्सिओ भी किधर नूं गाणी जिहड़ी कहानी जा रही है। माइक पोंपियो ने जांदे जांदे चाइना दे विच जिहड़ी मुस्लिम कम्यूनिटी है, उगर्स जिन्हां नूं कहा जांदा है, उन्हां दी जिहड़ी उन्हां दी जेनोसाइड की गल कर दित्ती। माइक पोंपियो बहुत घट पिछले जद ट्रंप हारे है, बहुत घट समा उन्होंने अमरीका च जिहड़ा बिताया, ज्यादा समा उन्होंने मिडल ईस्ट दे विच। हुण जेनोसाइड की गल क्या भी नस्ल कुशी हो रही है उगर मुसलमानों की, जाते जाते भी ये भी कर दी। हुण उन्होंने क्लीयर हो गई असल कहानी, ये पता लग गया कि दोबारा ट्रंप का आना जिहड़ा लगभग भी नहीं आना, तय ही हो गया। हुण तां कहानी निबड़ गई। तो ये जिहड़ा ते नाल B-52 बॉम्बर्स ने दोबारा फिर चीन अपने तेहरान तो ईरान के उपर दी उन्होंने गेड़ा कढ़िया, ते ईरान ने दूसरी 5वीं मिलिटरी ड्रिल है जिहड़ी 2 हफ्तिਆਂ ਦੇ ਵਿੱਚ ਕੀਤੀ। ਵੱਡੀ उन्होंने मिलिटरी ਦੀਆਂ ਜਿਹੜੀਆਂ जंगी मशकां कीतियां ने। कतर का अमीर कह रहा भी नहीं ये जिहड़ा ना ये गलत हो रहा है, भी इनू सही करो, ये डायलॉग शुरू करी।
नाल ईरान की जिहड़ी रेवोल्यूशनरी गार्ड है उन्हें लॉन्ग रेंज जिहड़ियां मिसल्स ने ड्रोन्स ने मिसाइलां जिहड़ियां ने वो जिहड़ियां चैक कीतियां उन्हां दी जिहड़ी वड्डी इन्हां ने लॉन्ग रेंज जिहड़ी बैलिस्टिक मिसल जिहड़ी वो ट्रैवल कीती 1800 किलोमीटर तक इंडियन ओशन दे विच नॉर्दर्न पार्ट इंडियन ओशन का उत्थे एक निशाना उन्हें फुंडिया 1800 किलोमीटर उतो ट्रैवल हुई तो ये जिहड़ा नाल ड्रोन उन्होंने चाढ़े ने उन्होंने ईरान दा जिहड़ा हले तक उन्होंने जनरल सुलेमानी दा जिहड़ा ये अमरीका के मन च भी है भी वो कहते सी असीं बदला लेना ते ईरान दे नाल गल्फ कौंसल नूं सारी नूं कतर दे अमीर ने जिहदी हुणे ब्लॉकेट चुकी है कहना ना इहनां नाल आपां गलबात शुरू करी इस तरह नहीं ठीक। एडमिंटन दे विच मैं खबर दे दवां एक बई कल अपना आके प्रभजोत पाल सिंह उन्होंने भी दसी सी गल कि उत्थे पहला जिहड़ा स्कूल है अपना पंजाबी स्कूल हेडवे स्कूल उस दी जिहड़ी जमीन जिहड़ी एडमिंटन दे विच वो मिल गई है ते वो मैं आने वाले दिनों च प्रिंसीपल ने उन्होंने जगविंदर सिंह सिद्धू जी उन्होंने भी गलबात करांगा पता करांगे कल नूं शायद किवें दा स्कूल की बनना ये बहुत जरूरी है जी। मैं कल भी गल करदा सी कम्यूनिटी के तौर पर हुण फिर कहना जब कम्यूनिटी एस्टैबलिश हुंदी है तां असीं बिना मापदंड तो कुछ चीज़ां सैट कर लैंदे आ जिहड़ियां ना पहला क्योंकि उस समय एक्साइटमेंट हुंदी है बहुत भी इत्थों भी चक लिओ आ भी कर दिओ साडा आह हो जावे साडा आ हो जावे पर वो बहुत दुख फिर गांह जाके मिलदा कम्यूनिटी राजनीति होवे समाजिक होवे जथेबंदियां जद हुण मैं अक्सर आस्ट्रेलिया दे विच जिन्ने सुनने वाले आ प्यार करने वाले आ उन्हां नाल गलबात हुंदी रहिंदी है बई जिस तरह उत्थे नवी कम्यूनिटी है पिछले 20 सालों तो नवी कम्यूनिटी दे विचों बहुत कुछ है उत्थे निकलना बड़ा कुछ राजनीतिक पार्टियां भी हुण जिहड़े सिख चेहरे ने उत्थे जिहड़े एस्टैबलिश्ड हो गए जिहड़े कुछ करना चाहुंदे कम्यूनिटी नूं उन्हां नूं अप्रोच करदे आ जद उन्होंने कोल इनफ जब देखिया उन्होंने बहुत वधिया उन्होंने कानून शुरू किया सी कि पंड वाला आ जाओ नाल अपना जिहड़ा मंगेतर जिहड़ा ओहो सद लो तुसीं रहो आके ते वधिया तरीके नाल इत्थे जिंदगी बसर करो कहदा कानून घर बहुत रीजनेबल ने वैदर बहुत मौसम बहुत वधिया उन्हें कम्यूनिटी दे विचों जिवें उत्थे लिबरल पार्टी है लिबरल पार्टी जिहदे टोनी एबट होनी प्राइम मिनिस्टर रहे है उन्होंने अपने मित्र प्यारे ने डॉक्टर जगविंदरजीत सिंह विरक बठिंडे तो ने ते झब्बर परिवार दे विचों ने वो नेड़े हो गए। मैं तुहानूं दसदा भी जिथे सद उपयोग हुंदा वो नेड़े हो गए ते शुरू दे विच उन्होंने एक एसोसीएशन बना ली आस्ट्रेलिया इंडिया स्ट्रेटेजिक काउंसल एसोसीएशन हाँ उहदे च हुण कम्यूनिटी दे करके बई कम्यूनिटी यार बहुत है ते कम्यूनिटी दे विच हुण जगह मिल जाए चाहिदी है ते वो विच वड़ गए पर उहदे च सद उपयोग आ पिछली बार फ्लाइटां दे समय 12-13 फ्लाइटां उन्होंने लैण दियां ते पर होया तां भी मतलब उन्हां दी राजनीति दे विच कैनबरा दे विच हालांकि वो MP MLA कुछ नहीं है ते बिजनेस करते डिवेलपर बहुत वड्डे उन्होंने करवा लिया अपना काम हुण हालांकि अपोजिशन की उत्थे सरकार है पर उन्होंने संबंध मैं जानी ये जद ना शुरू दे विच सानू चाह हुंदा बहुत बई जथेबंदियां बनन स्कूल बनन MP बनन MLA बनन पर उन्हां तो जे मित्रों सद उपयोग नहीं है ना कोई कम्यूनिटी नूं उदों बनाओ ना कुछ नहीं उहदे च तुसीं कड्ढण पाउण नूं है नहीं हाँ वो राजनीति गंदी हर रोज सड़िहांद वाली राजनीति करनगे किते उन्होंने किसी की मदद करती किसी नूं ग्रांट दवाती किसी नूं 4 पैसे देते ते उहदे बाद खोल देणगे संगलियां
ਪੈਂਖੜ ਖੋਲ ਦੇਣਗੇ। ਸੋ ਇਹ ਦਲੱਤੇ ਸ਼ੁਰੂ ਜਦੇ। ਸੋ ਇਹ ਜਿਹੜੀ ਜਦ ਮੈਂ ਜਿਵੇਂ ਹੁਣ ਇੱਥੇ ਵੀ ਸਕੂਲ ਤੁਹਾਡੇ ਜਦ ਬਣੇ, ਕਿੰਨੇ ਲੋਕਾਂ ਨੇ ਜਾਂ ਗੱਲ ਸੁਣਦੇ ਆ ਉਹਨਾਂ ਦੀ ਨਾ ਅੱਖਾਂ ਨਮ ਹੁੰਦੀਆਂ ਵੀ 30 ਵਰ੍ਹੇ ਪਹਿਲਾਂ ਜਦ ਇੱਥੇ ਪੰਜਾਬੀ ਸਕੂਲ ਬਣ ਲੱਗੇ, ਧਰਮ ਦੇ ਸਕੂਲ ਬਣ ਲੱਗੇ, ਘਰਾਂ ਤੇ ਮੌਰਗੇਜਾਂ ਲੋਕਾਂ ਨੇ ਚੱਕ ਲੀਆਂ। ਕੰਮ ਜਾਣ ਤੋਂ ਪਹਿਲਾਂ ਗੱਡੀਆਂ ਦੇ ਵਿੱਚੋਂ ਜਵਾਕ ਲੈ ਕੇ ਆਉਣੇ, ਕਿਸੇ ਨੇ ਵੈਨਕੂਵਰੋਂ, ਕਿਤੇ ਕਿਸੇ ਨੇ ਲੋਕਲ ਸਰੀ ਚੋਂ ਮਿੰਤਾਂ ਨਾਲ ਐਡਮਿਸ਼ਨਾਂ ਕਰਾਈ। ਇਉਂ ਹੀ ਤੁਹਾਡੇ ਵਿੱਤੀ ਅਦਾਰੇ ਨੇ, ਵਿੱਤੀ ਅਦਾਰੇ ਬਣਾ ਲਓ, ਚੱਕ ਲਓ, ਖਿੱਚ ਲਓ। ਹੌਲੀ ਹੌਲੀ ਹੈਗੀ ਆ ਕਮਿਊਨਿਟੀ ਕਿਤੇ, ਦੱਸਿਓ ਭਾਈਚਾਰਾ ਹੈ ਕਿਤੇ। ਰਾਜਨੀਤੀ ਇਸ ਤਰ੍ਹਾਂ ਬਹੁਤ ਸ਼ੌਕ ਸੀ ਆਪਾਂ ਨੂੰ MLA MP ਬਣਾਉਣ ਦਾ, ਪਰ ਕਿਹੜਿਆਂ ਬੰਦਿਆਂ ਦੀ ਪਿੱਠ ਠੋਕੀ ਜਾਂ ਜਿਹੜੇ ਪਾਵਰਫੁਲ ਹੋ ਗਏ, ਜਿਹੜੇ ਕਮਿਊਨਿਟੀ ਨੂੰ ਖਾ ਰਹੇ ਨੇ, ਨੋਚ ਰਹੇ ਨੇ, ਜਿਹੜੇ ਨੋਚ। ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਗੱਲ ਜਿਹੜੀ ਨਾ ਉਹ ਬਹੁਤ, ਮੈਂ ਸਤਵੀਰ ਸਿੰਘ ਉਹਨਾਂ ਦਾ ਸਾਡਾ ਇਤਿਹਾਸ ਬਹੁਤ ਵਧੀਆ ਕਿਤਾਬ ਪੜ੍ਹਨ ਵਾਲੀ ਆ, ਤੇ ਉਹ ਪਲੀਜ਼ ਆਪਣੇ ਘਰ ਦਾ ਸ਼ਿੰਗਾਰ ਬਣਾਇਓ। ਤੁਹਾਡੇ ਪੰਜਾਬ ਦਾ ਉਹ ਇਤਿਹਾਸ ਆ ਵੀ ਸਤ ਸਿੰਧੂ ਕਿਵੇਂ ਕਹਿੰਦੇ, 7 ਦਰਿਆ ਕਿਵੇਂ ਵਗਦੇ ਸੀ ਜ਼ੇਲਮ ਤੋਂ ਲੈ ਕੇ ਚਨਾਬ ਤੱਕ, ਸਿੰਧ ਤੇ ਰਾਵੀ, ਬਿਆਸ ਤੇ ਸਤਲੁਜ ਤੇ ਸਰਸਵਤੀ ਸੀ। 5 ਰਹਿ ਗਏ, ਸਰਸਵਤੀ ਤੇ ਚਲੇ ਗਈ। ਜੇਲਮ ਜਿਹੜਾ ਉਹ ਇੱਕ ਬੰਨੇ ਚਲੇ ਗਿਆ। ਉਹਦੇ ਚ ਜ਼ਿਆਦਾ ਗੁਰੂ ਸਾਹਿਬ ਆਏ ਨੇ, ਗੁਰੂ ਪਾਤਸ਼ਾਹ ਜਿਹੜਾ ਰਾਜੇ ਸੀ ਮੁਕੱਦਮ ਕੁੱਤਿਆਂ ਵਾਲੀ ਗੱਲ ਕੀਤਾ, ਉਹ ਕਹਿੰਦਾ ਵੀ ਤੁਸੀਂ ਤਾਂ ਚਰਬੀ ਤੇ ਸਾਡਾ ਖੂਨ ਪੀਣ ਲੱਗ ਗਏ। ਰਾਜੇ ਨੇ ਜਿਹੜੇ ਉਹ ਸ਼ੇਰ ਬਣ ਗਏ, ਉਹਨਾਂ ਦੇ ਮੁਕੱਦਮ ਜਿਹੜੇ ਅਫਸਰ ਨੇ ਉਹ ਕੁੱਤੇ ਬਣ ਗਏ, ਤੇ ਲੋਕਾਂ ਦੀਆਂ ਆਂਦਰਾਂ ਨਿੱਤ ਖਿੱਚਦੇ ਹੋ ਤੁਸੀਂ। ਜਦ ਤੁਸੀਂ ਪਾਵਰ ਦਿੰਦੇ ਹੋ, ਕੱਲ ਵੀ ਮੈਂ ਤੁਹਾਨੂੰ ਕਹਿੰਦਾ ਰਿਹਾ ਵੀ ਇਹ ਜੇ ਕਮਿਊਨਿਟੀ ਦੇ ਲਈ ਉਹਨਾਂ ਨੇ ਕੰਮ ਨਹੀਂ ਕਰਨਾ ਤਾਂ ਕਮਿਊਨਿਟੀ ਦਾ ਜਿਹੜਾ ਹਸ਼ਰ ਕਰਨਗੇ ਉਹ ਉਹਨਾਂ ਆਪ ਜਾਂ ਉਹਨਾਂ ਦੇ ਚੇਲੇ ਬਾਦ ਕੇ ਤੁਹਾਡਾ ਕਿਤੇ ਹੱਥ ਨਹੀਂ ਉਹ ਪੈਣ ਦੇਣਗੇ ਕਦੇ ਵੀ। ਸ਼ੋਸ਼ਣ ਹੋਊ ਠੋਕ ਕੇ ਨਿੱਤ। ਤੁਸੀਂ 4 ਪੈਸੇ ਬਣਾਉਣ ਦਾ ਯਤਨ ਕਰੋਗੇ, ਕਿਤੇ ਬਣੋਗੇ ਵਿਚਾਰ ਮੈਂ ਆਹ ਕਰ ਲਵਾਂ ਤੇ ਆਹ ਕਰ ਲਵਾਂ, ਮੈਂ ਕੋਈ ਤੁਸੀਂ ਲੱਭ ਲਿਓ ਕੋਈ 4 ਪਲਾਟ ਤੇ ਲੌਟਾਂ ਵਾਲੀ ਜ਼ਮੀਨ ਜੇ ਤੁਹਾਡੀ ਕਿਸੇ ਪਾਸੇ ਨਿੰਗਣ ਦੇਗੇ ਤਾਂ ਕਹਿ ਦੇ ਪਤਾ ਲੱਗ ਗਿਆ, ਰੋੜ ਦੇਣਗੇ ਗੇੜੇ ਮਰਵਾ ਮਤ, ਅਖੀਰ ਸਰੈਂਡਰ ਕਰੋਗੇ। ਫਿਰ ਕਈ ਵਾਰ ਸਾਨੂੰ ਇਹ ਲੱਗਣ ਲੱਗ ਜਾਂਦਾ ਵੀ ਫਲਾਣਾ ਗਰੁੱਪ ਕਰਪਟ ਆ, ਇਹਨੂੰ ਕੱਢੋ। ਪਰ ਕਿਸੇ ਨੂੰ ਤੁਸੀਂ ਕਿਸੇ ਦੀ ਸੁਣੀ ਗੱਲ ਤੇ, ਕਿਉਂਕਿ ਸਾਡਾ ਤਾਂ ਮਤਲਬ ਇਹ ਨਹੀਂ ਘਾਈਆਂ ਦੇ ਪੁੱਤਾਂ ਨੇ ਘਾਹ ਖੋਤਣਾ। ਜਿਹੜਾ ਕੋਈ 100 ਲੌਟਾਂ ਡਿਵੈਲਪ ਕਰਦਾ, ਕੋਈ 80 ਕਰਦਾ, 60 ਕਰਦਾ, ਜਿਹਨੇ ਇੱਕ ਵੀ ਨਹੀਂ ਕਰਨੀ ਉਹਨੂੰ ਤਾਂ ਫਰਕ ਹੀ ਨਹੀਂ ਕੋਈ। ਅਸੀਂ ਪਰ ਸਵਾਰ ਹੋ ਜਾਂਦੇ ਆ ਵੀ ਚੱਕ ਦੋ, ਉਹ ਕੱਢਣਾ, ਉਹਨੂੰ ਕੱਢਣਾ, ਤੇ ਮੁੜ ਕੇ ਇਹੋ ਜਿਹੇ ਜਿਹੜੇ ਨੇ ਦਰਖਤ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਥੱਲੇ ਬਹਿ ਕੇ ਲੋਕ ਕਹਿੰਦੇ ਨੇ ਛਾਂ ਸਾਨੂੰ, ਬੇਸ਼ਰਮੀ ਹੋ ਜਾਂਦੀ। ਸੋ ਇਹ ਜ਼ਰੂਰ ਗਾਂ ਨੂੰ ਇਹ ਪੱਕੀ ਗੱਲ ਕਰੋ ਕਿ ਜਦ ਰਾਜਨੀਤੀ ਦਾ ਕੋਈ ਪੈਂਤੜਾ ਲੈਣਾ ਤਾਂ ਉਹ ਪੈਂਤੜਾ ਪੂਰੇ ਖਿਆਲ ਨਾਲ ਲੈਣਾ, ਕਿਸੇ ਦੇ ਕਹੇ ਤੇ ਨਹੀਂ ਲੈਣਾ, ਦਿਮਾਗ ਨਾਲ ਲੈਣਾ, ਜਿਹਦੇ ਚ ਸਾਡਾ ਸਿੱਧਾ ਤੇ ਅਸਿੱਧਾ ਬਿਲਕੁਲ ਕੋਈ ਵੀ ਲੈਣਾ ਦੇਣਾ ਨਹੀਂ। ਉੱਥੇ ਕਦੇ ਪ੍ਰਵੋਕ ਨਾ ਹੋਵੋ, ਕਦੇ ਵੀ। ਤੇ ਦੇਖੋ ਵੀ ਇਹਦੇ ਬਾਅਦ ਬਦਲ ਕੀ ਹੋਊਗਾ, ਜਿਹੜਾ ਅਗਲਾ ਆਊ ਉਹ ਕਿਹੋ ਜਿਹਾ ਹੋਊ। ਔਰ ਫਿਰ ਤੁਹਾਡੇ ਕੋਲੋਂ ਸਫਾਈ ਕਰਾ ਕੇ ਫਿਰ ਇਕੱਠੇ ਹੋ ਜਾਂਦੇ ਨੇ ਉਹ ਜਿਨ੍ਹਾਂ ਨੂੰ ਕਹਿ ਕੇ ਕਰਪਟ ਕੱਢਦੇ ਨੇ, ਉਹਨਾਂ ਦੇ ਕੰਮ ਸਭ ਤੋਂ ਵੱਧ ਹੁੰਦੇ ਨੇ। ਪੈਸੇ ਬਹੁਤ ਵੱਡੀ ਚੀਜ਼ ਆ, ਪਾਰਟਨਰਸ਼ਿਪ ਇੱਥੇ ਕਰ ਲਾ, ਆਹ ਕਰ ਲਾ, ਉਹ ਕਰ ਲਾ। ਸਾਨੂੰ ਤੁਹਾਡੀ ਮੇਰੀ ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਤੁਹਾਡੇ ਮੇਰੇ ਵਰਗੇ ਤਾਂ ਵਿਕਟਮ ਨੇ, ਰੋਲ ਦਿੰਦੇ ਨੇ ਅਗਲੇ 10-10 ਸਾਲ ਤੁਸੀਂ ਦੇ ਦੇ ਕੇ ਕਿਸ਼ਤਾਂ ਹੋ ਜੂ ਸੱਤਿਆਨਾਸ਼, ਤੇ ਫਿਰ ਤੋਂ ਖੋਹ ਲੈਂਦੇ ਨੇ ਜ਼ਮੀਨਾਂ, ਤੇ 6-6 ਮਹੀਨੇ ਚ ਅਗਲੇ ਡਿਵੈਲਪ ਕਰਕੇ ਉਹਦੇ ਚੋਂ ਬਣਾਉਂਦੇ ਨੇ 2-2 ਮਿਲੀਅਨ 1 ਏਕੜ ਚ। ਸੋ ਇਹ ਜਿਹੜੀ ਰਾਜਨੀਤੀ ਦਾ ਬਹੁਤ ਵੱਡਾ ਜ਼ੋਰ ਪੈ ਗਿਆ, ਤੇ ਵੱਡੀਆਂ ਪਾਰਟੀਆਂ ਦੀ ਇਹ ਮਜਬੂਰੀ ਹੋ ਗਈ ਕਿ ਉਹਨਾਂ ਨੇ ਤੁਹਾਡੇ 5-7 ਬੰਦੇ ਲੈਣੇ ਨੇ, ਤੇ ਉਹ 5-7 ਬੰਦਿਆਂ ਨੇ ਤੁਹਾਨੂੰ ਵੇਚਣਾ। ਫਿਰ ਜੇ ਤੁਹਾਡੇ ਲਈ ਅਕਾਊਂਟੇਬਲ ਨਹੀਂ, ਤੁਹਾਡੀ ਓਪਨ ਕਿਤੇ ਖੁੱਲੇ ਫੋਰਮ ਚ ਆ ਕੇ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਤੁਹਾਡੇ ਉਹ ਕਾਹਦੇ ਲੀਡਰ ਨੇ? ਤੁਸੀਂ ਤੁਹਾਡੇ ਕਾਹਦੇ ਚੁਣੇ ਹੋਏ ਬੰਦੇ ਨੇ ਉਹ? ਜੇ ਉਹਨਾਂ ਦੇ ਆਪਣੇ ਸੈੱਟ ਕੀਤੇ ਬੰਦਿਆਂ ਲਈ ਉਹ ਕੰਮ ਕਰਦੇ ਨੇ ਉਹ, ਤੇ ਤੁਸੀਂ ਉਹਨਾਂ ਨੂੰ ਪਾਵਰਫੁਲ ਕਰ ਦੋਗੇ ਪੈਸੇ ਦੇ ਵਿੱਚ, ਜਾਂ ਦੁਆਰਾ ਉਹਨਾਂ ਨੂੰ ਭੇਜ ਕੇ ਉਹ ਤੁਹਾਨੂੰ ਵੇਚ ਦੇਣਗੇ। ਵੇਚ ਰਹੇ ਨੇ। ਤਾਂ ਨਵੀਂ ਕਮਿਊਨਿਟੀ ਜਿਹੜੀ ਆ, ਜਿਵੇਂ ਹੁਣ ਇਹ ਸਕੂਲ ਬਣ ਰਿਹਾ, ਇਹਨੂੰ ਪ੍ਰੋਪਰ ਇਹਦਾ ਕਾਗਜ਼ ਪੱਤਰ ਪ੍ਰੋਪਰ ਹੋਣ ਵੀ ਕੱਲ ਨੂੰ ਜਦ ਪਾਵਰਫੁਲ ਹੋ ਕੇ ਕੋਈ ਬੰਦਾ
ਤੁਹਾਨੂੰ ਤੰਗ ਨਾ ਕਰੇ। ਔਰ ਹੋ ਰਿਹਾ ਤੁਹਾਡੇ ਸਾਹਮਣੇ। ਔਰ ਇਸ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਬਹੁਤ ਵਧੀਆ ਨੇ। ਤੁਸੀਂ ਕਰ ਲਓ, ਇੱਕ ਕੰਪਿਊਟਰ ਰੱਖ ਲਓ, ਇੱਕ ਮਾਈਕ ਮੂਹਰੇ ਰੱਖ ਲਓ, ਤੁਹਾਡੇ ਤੇ ਕਾਇਦਾ ਨਹੀਂ, ਕੋਈ ਕਾਨੂੰਨ ਨਹੀਂ, ਉਹਦੀ ਚਲੋ ਜਿਹੜਾ ਕੋਈ ਮਰਜ਼ੀ। ਨਾ ਤੁਹਾਡੇ ਲਈ CRTC ਆ, ਨਾ ਤੁਹਾਡੇ ਲਈ ਕੋਈ ਅਮਰੀਕਨ ਵੇਵ ਹੈ। ਉਹ ਕਹਿੰਦੇ ਜੀ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਖਿੱਚ ਦੋ ਕੰਮ। ਸੋ ਇਹਦੀ ਜਿਹੜੀ ਨਾ ਰੀਪਰਕਸ਼ਨਸ ਨੇ ਕਿਸੇ ਨੂੰ ਵੀ, ABC ਕੋਈ ਹੈ, ਬਹੁਤ ਪਾਵਰ ਜਦ ਹੋ ਜਾਂਦੀ ਹੈ। ਬੰਦਾ ਬਣਨ ਤੋਂ ਪਹਿਲਾਂ ਕੁਛ ਹੈ, ਜਿੱਦਣ ਉਹ ਬਣ ਜਾਂਦਾ ਫਿਰ ਉਹ ਅਲੱਗ ਦੱਸਦਾ ਰੂਪ ਵੀ ਮੈਂ ਹੁਣ ਕੀ ਹੈ। ਇਹ ਸਾਰੀ ਜਗ੍ਹਾ ਸਾਡੀ ਕਮਿਊਨਿਟੀ ਜਿੱਥੇ ਡਿਵੈਲਪ ਹੋਈ ਹੈ, ਉੱਥੇ ਸੋਸ਼ਲ ਸੈਟਅਪ, ਉਹਦੇ ਚ ਆਰਗੇਨਾਈਜੇਸ਼ਨ ਬਣ ਗਈਆਂ। ਤੁਹਾਡੇ ਦਸਤਖਤ ਕਰ ਦਿਓ ਜੀ, ਦੇ ਦਿਓ ਜੀ, ਆਪਾਂ ਇਹ ਜਥੇਬੰਦੀ ਬਣਾ ਲਈਏ, ਇਹ ਨਵੇਂ ਆਇਆਂ ਦਾ ਫਾਇਦਾ ਕਰੂ ਜੀ, ਇੱਥੇ ਇਹ ਕਰੂ। ਮੁੜ ਕੇ ਫਾਇਦਾ 5-7 ਟੱਬਰਾਂ ਦਾ ਰਹਿ ਜਾਂਦਾ। ਜਿਹੜੇ ਸਾਲ ਡਾਲਰ 40-50 ਲੱਖ ਲੈ ਲੈਣਾ ਸਰਕਾਰ ਤੋਂ ਤੁਹਾਡੇ ਬਿਹਾਫ ਤੇ ਤੁਹਾਨੂੰ ਇੱਕ 0% ਤੁਹਾਨੂੰ ਵਾਪਸ ਆ। ਮੀਡੀਆ ਰੇਡੀਓ ਹੈ, ਤੁਸੀਂ ਕਰ ਦਿਓ ਦਸਤਖਤ ਤੇ ਜਿੱਦਣ ਐਸਟੈਬਲਿਸ਼ ਹੋ ਗਿਆ 5-7 ਮਿਲੀਅਨ ਦਾ, 5 ਸਾਲ ਬਾਅਦ ਹੁੰਦਾ ਰੀਨਿਊ, 5-7 ਮਿਲੀਅਨ ਦਾ ਵੱਟ ਤੇ ਪਿਆ ਤੇ 5-7 ਮਿਲੀਅਨ 50 ਪਰਿਵਾਰ ਨਹੀਂ ਜੋੜ ਸਕਦੇ। ਚੱਲ ਪਵੇ ਉਹ ਤੇ ਉਹਦੇ ਲੈ ਲਓ ਪੈਸੇ। ਸਰਕਾਰ ਕਿਹੜਾ ਰੋਕਣੋਂ ਆਪਣੇ ਵੇਚਣੋਂ ਰੋਕਦੀ ਹੈ। ਉਹ ਇੱਕ ਵਿਅਕਤੀ ਨੂੰ ਤੁਸੀਂ ਦੇਤਾ, ਇੱਕ ਪਰਿਵਾਰ ਨੂੰ ਦੇਤਾ ਤੇ ਉਹਦਾ ਫਿਰ ਉਹ ਮਰਜ਼ੀ ਕਰੂਗਾ। ਸੋ ਜਿਹੜੀ ਐਸਟੈਬਲਿਸ਼ਮੈਂਟ ਆ, ਹੁਣ ਅਸੀਂ ਉਹ ਤਾਂ ਫੇਜ਼ ਚੋਂ ਲੰਘ ਗਏ, ਸਾਨੂੰ 100 ਸਾਲ ਹੋ ਗਏ। ਨਵੀਆਂ ਕਮਿਊਨਿਟੀਆਂ ਜਿਹੜੀਆਂ ਬਸ ਰਹੀਆਂ, ਜਿਹੜੇ ਆਸਟ੍ਰੇਲੀਆ 'ਚ, ਉਹ ਬਿਲਕੁਲ ਉਹ ਕਹਿੰਦੇ ਅਸੀਂ ਤਾਂ ਬਿਲਕੁਲ ਟਾਈਟ ਰੱਖਣਾ ਸੀ, ਫਿਕਰਮੰਦ ਆ, ਸਾਨੂੰ ਪਤਾ ਕੀ ਹੋ ਰਿਹਾ। ਕੈਨੇਡਾ ਤੇ ਅਮਰੀਕਾ 'ਚ ਨਹੀਂ ਹੈ ਇਹੋ ਜਿਹਾ ਕੁਛ, ਕਿਉਂਕਿ ਆਈਸੋਲੇਟ ਹੋਈ ਹੋਈ ਕਮਿਊਨਿਟੀ ਆ, ਜ਼ੋਰ ਨਹੀਂ ਇੱਕ ਜਗ੍ਹਾ। ਪਰ ਸਾਡਾ ontario ਤੇ ਬਰੈਂਪਟਨ ਤੇ ਕੈਨੇਡਾ ਦਾ ਵੈਨਕੂਵਰ, ਅਸੀਂ ਤਾਂ ਸਾਡਾ ਜਿਹੜਾ ਕੁਝ ਹੋ ਰਿਹਾ ਵੇਖ ਲਓ ਕੀ ਹੋ ਰਿਹਾ। ਤੇ ਅਸੀਂ ਜੇ ਇਨ ਜਨਰਲ ਜਿਹੜਾ ਅਸੀਂ ਲੋਕ ਜੇ ਸਿਆਣੇ ਨਹੀਂ ਹੋਣਗੇ ਫਿਰ ਬੜਾ ਔਖਾ। ਹੋਰ ਕਮਿਊਨਿਟੀਆਂ ਜੋ ਵੀ ਚੁਣਦੇ ਨੇ ਉਹ ਮਿਨੋਰਿਟੀਜ਼ ਦੇ ਵਿੱਚ ਜਾਂਦੇ, ਪਰ ਉਹ ਆਪਣੀ ਕਮਿਊਨਿਟੀ ਲਈ ਕੰਮ ਕਰਦੇ। ਚੀਨੇ ਚੁਣੇ ਜਾਂਦੇ ਆ, ਤੁਸੀਂ ਵੇਖਿਓ ਕਦੇ ਕਿਸੇ ਦੇਖੀ ਕਿਤੇ ਡਾਂਗ ਖੜਕਦੀ ਉਹਨਾਂ ਦੇ ਇਕੱਠ 'ਚ, ਕਿਤੇ ਕੋਰਟ ਦੇ ਵਿੱਚ ਗਏ ਜਾਂ ਕਿਤੇ ਮੀਡੀਆ ਨੇ ਬਦਕਾਰ ਭੂਮਿਕਾ ਨਿਭਾਈ, ਸੁਣਿਆ ਕਿਤੇ? ਨਹੀਂ ਹੁੰਦਾ, ਕਦੇ ਨਹੀਂ ਹੁੰਦਾ। ਤੋ ਇਹ ਜਿਹੜਾ ਸਕੂਲ ਦੀ ਵੀ ਗੱਲ, ਨਵਾਂ ਪਹਿਲਾ ਸਕੂਲ ਐਡਮਿੰਟ 'ਚ ਬਹੁਤ ਵਧਾਈਆਂ ਨੇ ਕਮਿਊਨਿਟੀ ਨੂੰ। ਤੁਸੀਂ ਜਦ ਇਹਨੂੰ ਸੈਟਅਪ ਕਰਨਾ, ਇਹਦੇ 'ਚ ਬੋਰਡ ਆਫ ਡਾਇਰੈਕਟਰਸ ਨੇ, ਇਹਦਾ ਕੀ ਰੂਲ ਆ, ਸਾਨੂੰ ਇਸ ਦਾ ਕਾਗਜ਼ ਨਹੀਂ ਪੜ੍ਹਦੇ, ਕੰਸਟੀਟਿਊਸ਼ਨ ਕੀ ਆ ਸਾਨੂੰ ਨਹੀਂ ਪਤਾ। ਫਿਰ ਸਾਨੂੰ ਜਦ ਫਿਰ ਮੁੜ ਕੇ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਨਹੀਂ ਖੁੱਲਦੀਆਂ, ਫਿਰ ਬਹੁਤ ਬੰਦਾ ਰੋਂਦਾ। ਜਦ ਨੂੰ ਲੰਘ ਜਾਂਦੀ ਹੈ ਗੱਲ। 1984 ਦੇ ਕੀ ਕੁਛ ਦਿੱਤਾ ਇੱਥੇ, ਲੋਕ ਹੋ ਗਏ, ਲੋਕਾਂ ਦੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਕੌਮ ਜ਼ਖਮੀ ਹੋ ਗਈ। ਕੌਮ ਨੇ ਉਹਦੇ ਵਿੱਚੋਂ ਇਹੋ ਜਿਹਾ ਕੁਛ ਸਿਰਜ ਦਿੱਤਾ ਜਿਹਦੀ ਗੁਲਾਮੀ ਅਸੀਂ ਕਰ ਰਹੇ ਹਾਂ। ਬੰਨ ਲੈ ਜਗਾੜ ਅਗਲੇ ਨੇ ਦਿਨਾਂ ਦੇ ਵਿੱਚ ਹੀ ਕਹਾਣੀਆਂ ਸੈੱਟ। ਤੇ ਉਹਦੇ ਚੋਂ ਅੱਜ ਕੌਮੀ ਕੰਮ ਆ, ਅੱਜ ਕੌਮ ਹੈ ਤੇ ਕੌਮ ਅੱਜ ਕੌਮ ਸਟੇਕ ਤੇ ਲੱਗੀ ਹੋਈ ਆ, ਉਹਦੇ ਚ ਕੌਮ ਦੇ ਨਾਂ ਨੂੰ ਅਸੀਂ ਹੋ ਜਾਂਦੇ ਹਾਂ, ਪਰ ਵਿੱਚੋਂ ਕੀ ਨਿਕਲਦਾ? ਕੱਖ ਨਹੀਂ। ਉਹ ਜਿੱਥੇ ਵੀ ਕਮਿਊਨਿਟੀ ਨਵੀਂ ਵਸ ਰਹੀ ਹੈ, ਐਸਟੈਬਲਿਸ਼ ਹੋ ਰਹੀ ਹੈ, ਇਹ ਚੀਜ਼ਾਂ, ਇਹ ਤਜਰਬਾ ਹੈ ਇੱਥੇ ਦਾ। ਇਹ ਸਾਡੇ ਵੱਲ ਇੱਥੇ ਦੇ ਵੇਖ ਕੇ ਇਹ ਜ਼ਰੂਰ ਉਹ ਖਿਆਲ ਰੱਖਣ ਕਿ ਕੀ ਕਰਨਾ। ਬੰਦੇ ਜਾਣ, ਜੇ ਕਿਸੇ ਨੂੰ ਮਿਲਦੀ ਹੈ ਨੌਕਰੀ ਲਈ ਨਹੀਂ ਤੁਸੀਂ ਰਾਜਨੀਤੀ ਕਰਦੇ। ਨੌਕਰੀ ਤਾਂ $1,00,000 ਦੀ ਨਾਰਮਲ ਲੋਕ ਲੈ ਰਹੇ ਨੇ, $30 ਤੋਂ ਤਾਂ ਘੱਟ ਕੋਈ, $25 $30 ਤੋਂ ਘੱਟ ਕੋਈ ਵਰਕਰ ਨਹੀਂ ਮਿਲ ਰਿਹਾ। $20 $25 $15 $18 ਤੱਕ ਕਲੀਨ ਅਪ ਵਾਲੇ ਲੈ ਰਹੇ ਨੇ, ਜਿਹੜੀ ਘੱਟ ਤੋਂ ਮਾੜੀ ਜੌਬ ਜਿਹਨੂੰ ਕਿਹਾ ਜਾਂਦਾ। ਪਰ ਉਹ 1.25 ਲੱਖ 70,000 1.5 ਲੱਖ ਉਹ ਤਨਖਾਹ ਨਹੀਂ, ਉਹ ਸਰਵ ਹੈ। ਉਹ ਕਮਿਊਨਿਟੀ ਨੂੰ ਜਿਹੜਾ ਜਵਾਬ ਦੇ ਨੇ ਲੋਕ। ਹੈ ਕੋਈ ਜਿਹਦੇ ਚ ਐ ਹੋਵੇ ਵੀ ਆਓ ਜੀ ਕਰੋ, ਚਾਹ ਤੇ ਆਓ, ਸੱਦਾ ਦਿਓ, ਪੁੱਛੋ ਸਾਨੂੰ ਕੀ ਅਸੀਂ ਕਰ ਸਕਦੇ ਹਾਂ, ਕਮਿਊਨਿਟੀ ਆਵੇ ਸਾਡੇ ਨਾਲ। ਨਹੀਂ ਹੁੰਦੇ ਇਸ ਤਰ੍ਹਾਂ, ਕਿਉਂਕਿ ਸਮਾਂ ਲੰਘ ਜਾਂਦਾ, ਦੁਬਾਰਾ ਫੇਰ 4 ਸਾਲ ਆਉਣਾ ਤੇ ਫੇਰ ਉਹ ਇਹੀ ਕੰਮ ਹੋ ਜਾਣਾ। ਇਸੇ ਤਰ੍ਹਾਂ ਹੀ ਅਸੀਂ ਆ ਜਿੰਨੇ ਆ, ਅਸੀਂ ਇੱਕ ਦੂਜੇ ਨੂੰ ਉਹਨੇ ਆਹ ਕਰਤਾ ਜੀ, ਉਹਦਾ ਇਹ ਹੋ ਗਿਆ, ਤੇ ਕਦੇ ਆਪਣੀ ਜ਼ਿੰਦਗੀ ਵੀ ਅਸੀਂ ਕਿੱਥੋਂ, ਸਾਡਾ ਕੀ, ਕਿੱਥੇ ਸਾਡੇ ਪੇਕੇ ਤੇ ਕਿੱਥੇ ਸਾਡੇ ਸਹੁਰੇ, ਕਿਸੇ ਨੂੰ ਕੋਈ ਦੱਸ ਸਕਦਾ? ਕੌਣ ਸੀ, ਕਿਹਦੇ ਨਾਲ ਆਏ ਅਸੀਂ, ਕੌਣ ਸਾਨੂੰ ਲਿਆਉਣ ਵਾਲਾ, ਕੌਣ ਕਿਹਦੇ ਨਾਲ ਮੈਂ ਰਹਿ ਰਿਹਾ ਜਾਂ ਰਹਿ ਰਹੀ ਹਾਂ, ਕੋਈ ਦੱਸ ਸਕਦਾ? ਅਸੀਂ ਕੀ ਸੇਧ ਦੇ ਦੇਣੀ ਹੈ, ਕੀ ਸੇਧ ਦੇ ਦੇਣੀ ਹੈ? ਅਸੀਂ ਕੱਖ ਨਹੀਂ ਸੇਧ ਦੇਣੀ। ਅਸੀਂ
ਕਿਹੜੀ ਸਪੈਸ਼ਲਿਟੀ ਹੈ ਸਾਡੇ 'ਚ ਜਿਹੜੇ ਅਸੀਂ ਸੇਧ ਦੇ ਦੇਣੀ। ਪਰ ਜੇ ਕਮਿਊਨਿਟੀ ਦੇ ਕੰਮਾਂ ਦੀ ਗੱਲਬਾਤ ਹੁੰਦੀ ਰਹੇ, ਚਲੋ ਇੰਨਾ ਹੀ ਕਰੀ ਜਾਈਏ, ਪਰ ਉਹਦੇ 'ਚ ਸਾਡਾ ਵਾਲ-ਛਾਲ ਨਾ ਹੋਵੇ ਕੋਈ। ਮੈਂ ਕੱਲ ਵੀ ਗੱਲ ਕੀਤੀ ਵੀ ਜਦ ਸਾਡਾ ਇਹ ਹੁੰਦਾ ਵੀ ਤਵਾ, ਬਹੁਤ ਦੋਸਤ ਉਹ ਕਹਿੰਦਾ ਤਵਾ ਲਾਈਏ, ਮੈਂ ਤਵਾ ਯਾਰ ਇਹ ਸ਼ਬਦ ਗਲਤ ਆ, ਤੁਸੀਂ ਕਿੱਥੋਂ ਸ਼ੁਰੂ ਕੀਤੀ ਹੈ ਗੱਲ, ਕਿਉਂ ਹੁੰਦੀ ਹੈ, ਕਿਉਂ ਤਵਾ ਲੱਗੇਗਾ, ਮੀਡੀਆ ਕਿਉਂ ਤਵਾ ਲਾਊ? ਸੁਣਿਆ ਕਿਤੇ? ਵੱਡੇ ਵੱਡੇ ਕਿੱਡੇ ਅਦਾਰੇ ਨੇ ਜਿਨ੍ਹਾਂ ਦੇ ਐਂਕਰ ਨੇ ਜਿਹੜੇ 10-10 ਮਿਲੀਅਨ ਸਾਲ ਦੀ ਤਨਖਾਹ ਲੈਂਦੇ ਆ, ਕਦੇ ਉਹਦਾ ਤੁਸੀਂ ਸੁਣਿਆ ਵੀ ਇਹ ਹੋਏਗੀ ਗੱਲ? ਇਹ ਜਿਹੜੀ ਨਾ ਬਹੁਤ ਜ਼ਰੂਰੀ ਹੈ ਕਿ ਕਮਿਊਨਿਟੀ ਦੀ ਐਸਟੈਬਲਿਸ਼ਮੈਂਟ ਜਦ ਹੁੰਦੀ ਆ ਤਾਂ ਸਦ ਉਪਯੋਗ ਲਈ ਵਧੀਆ ਹੱਥਾਂ ਦੇ ਵਿੱਚ ਹੋਵੇ। ਉਹ ਬਹੁਤ ਔਖਾ, ਪਿੱਛੋਂ ਪ੍ਰੋਬਲਮ ਹੈ ਬਹੁਤ ਵੱਡੀ। ਸਕੂਲ ਜਿਹੜੇ ਬਣ ਜਾਣਗੇ, ਨਵੇਂ ਸਕੂਲ ਨੇ, ਨਵੀਂ ਕਮਿਊਨਿਟੀ ਹੈ, ਪਰ ਇਹਦੇ ਚੋਂ ਅੱਗੇ ਜਿਹੜਾ ਕੀ ਹੈ ਉਹ ਬਹੁਤ ਜ਼ਰੂਰੀ। ਸਾਹਿਬ ਬਲਵਿੰਦਰ ਸਿੰਘ ਨੰਬਰ 2 ਤੁਸੀਂ ਏਅਰ ਤੇ ਹੋ। ਗਿੱਲ ਸਾਹਿਬ ਬਹੁਤ ਹੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਾਂ ਸਾਹਿਬ, ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ ਆ ਜਿਹੜੀ ਤੁਸੀਂ ਜੋ ਬਾਈਡਨ ਦੀ ਗੱਲ ਕੀਤੀ ਹੈ ਵੀ ਅਮਰੀਕਾ ਦੇ ਵਿੱਚ 13.5 ਮਿਲੀਅਨ ਰਹਿੰਦਾ ਇਨਲੀਗਲ ਆ, ਵੀ ਉਹਨੇ ਪੱਕੇ ਹੋ ਜਾਣਾ ਹੈਗਾ। ਮੇਰਾ ਵਾਈਫ ਦਾ ਬ੍ਰਦਰ, ਉਹਨੂੰ 30 ਸਾਲ ਹੋ ਗਏ, ਮੇਰਾ ਖਿਆਲ 25-30 ਸਾਲ ਇੱਥੇ ਆਪਣੇ ਅਮਰੀਕਾ ਦੇ ਵਿੱਚ ਟਰੱਕ ਵਗੈਰਾ ਚਲਾਉਂਦਾ ਹੈਗਾ, ਟੈਕਸ ਵਗੈਰਾ ਪੇ ਕਰੀ ਜਾਂਦਾ ਹੈਗਾ, ਕੋਈ ਉਹਦਾ ਕ੍ਰਿਮੀਨਲ ਰੈਕਡ ਨਹੀਂ, ਕੋਈ ਕੁਛ ਨਹੀਂ, ਹੋਰ ਨਹੀਂ ਹੈਗਾ। ਤੇ ਆ ਜਿਵੇਂ ਹੁਣ ਤੁਸੀਂ ਦੱਸਿਆ ਵੀ ਪਹਿਲੇ 3 ਸਾਲਾਂ ਦੇ ਵਿੱਚ ਹੀ ਮਤਲਬ ਵੀ ਉਹਨਾਂ ਨੂੰ ਆ ਜਿਹੜੇ ਕਾਰਡ, ਗ੍ਰੀਨ ਕਾਰਡ ਵਗੈਰਾ ਹੈਗਾ ਦੇ ਦੇਣਾ ਹੈਗਾ। ਇਹ ਠੀਕ ਹੈ ਗਿੱਲ ਸਾਹਿਬ? ਇਹ ਹਾਂਜੀ ਖਬਰ ਆ ਰਹੀ ਹੈ ਜੀ, ਕੱਲ ਨੂੰ ਉਹਨੇ ਐਗਜ਼ੈਕਟਿਵ ਆਰਡਰ ਦੇ ਦੇਣੇ ਨੇ ਜੀ। ਉਹਨੇ ਇਹ 13 ਮਿਲੀਅਨ ਦੇ ਕਰੀਬ ਲੋਕ ਨੇ, 8 ਵਰਿਆਂ ਦਾ ਉਹਨੇ ਟਾਈਮ ਫਰੇਮ ਕੀਤਾ। ਜਨਵਰੀ 2021 ਚ ਜਿਹੜੇ ਰਹਿ ਰਹੇ ਨੇ, ਜਿਨ੍ਹਾਂ ਨੂੰ 5 ਸਾਲ ਹੋ ਗਏ ਜਨਵਰੀ 21 ਤੱਕ, ਤੇ ਉਹਨਾਂ ਦੀ ਗ੍ਰੀਨ ਕਾਰਡ ਤੇ ਗਾਹਾਂ ਸਿਟੀਜ਼ਨ ਦਾ ਰਾਹ ਸਿੱਧਾ ਕਰ ਰਹੇ ਆ। ਗਿੱਲ ਸਾਹਿਬ ਕਿਉਂਕਿ ਉਹਦਾ ਜਿਹੜਾ ਪਰਿਵਾਰ ਸੀਗਾ ਉਹਨੇ ਇੱਥੇ ਇਲੀਗਲ ਰਹਿੰਦਿਆਂ ਅਪਲਾਈ ਕਰਤਾ ਸੀਗਾ, ਉਹ ਵਾਈਫ ਤੇ ਬੱਚੀਆਂ ਤਿੰਨੇ ਮਤਲਬ ਇੱਥੇ ਆ ਗਈਆਂ, ਸਾਰਾ ਕੁਝ ਪੱਕਾ ਪਰਿਵਾਰ ਆ, ਸਿਟੀਜ਼ਨ ਲਈ ਬੈਠੀਆਂ ਹੈਗੀਆਂ। ਬਸ ਇਹ ਇਕੱਲਾ ਹੀ ਤੁਰਿਆ ਫਿਰਦਾ ਸੀ ਜਿਹਨੂੰ ਅਜੇ ਕੁਛ ਨਹੀਂ ਸੀ ਮਿਲਿਆ, ਡਰਾਈਵਰ ਲਾਇਸੈਂਸ ਵਗੈਰਾ, ਹੋਰ ਕਾਰਡ ਵਗੈਰਾ ਉੱਥੋਂ ਦੇ ਉਹਦੇ ਕੋਲੇ A to Z ਲਈ ਫਿਰਦਾ, ਟਰੱਕ ਚਲਾਉਂਦਾ, ਕੰਮ ਕਰੀ ਜਾਂਦਾ, ਟੈਕਸ ਪੇ ਕਰੀ ਜਾਂਦਾ, ਮਿਹਨਤ ਕਰਦਾ, ਬੱਚੇ ਪਾਲੀ ਜਾਂਦਾ ਹੈਗਾ। ਆ ਜਿਹੜੀ ਖਬਰ ਤੁਸੀਂ ਦਿੱਤੀ ਹੈਗੀ ਹੈ ਬੜੀ ਖੁਸ਼ੀ ਦੀ ਖਬਰ ਹੈਗੀ ਹੈ ਵੀ ਕਈ ਵਾਰੀ ਜਦੋਂ ਟਰੰਪ ਸੀਗਾ ਉਦੋਂ ਲੋਕ ਡਰਦੇ ਭੱਜ ਕੇ ਇੱਧਰ ਆਪਣੇ ਵੱਲ ਨੂੰ ਆਉਣ ਲੱਗ ਗਏ, ਇੱਧਰ ਆਪਣੇ ਕਿਊਬਕ ਸਾਈਡ ਵੱਲ ਦੀ। ਤੇ ਹੁਣ ਜਿਹੜੇ ਉਹ ਪਛਤਾਉਂਦੇ ਹੋਣਗੇ, ਉਹ ਕਹਿੰਦੇ ਹੋਣਗੇ ਵੀ ਜੇ ਉੱਥੇ ਰਹਿ ਪੈਂਦੇ ਚੰਗੇ ਸੀਗੇ। ਪਰ ਟਰੰਪ ਨੇ ਕੋਈ ਆਪਦੇ 4 ਸਾਲ ਦੇ ਰਾਜ ਦੇ ਵਿੱਚ ਕੋਈ ਵਧੀਆ ਗੱਲ ਨਹੀਂ ਕੀਤੀ ਹੈਗੀ। ਜੋ ਬਾਈਡਨ ਸਾਹਿਬ ਆਏ ਹੈਗੇ ਆ, ਚਲੋ ਆ ਪਾਈਪਲਾਈਨ ਵਗੈਰਾ ਇਹਨਾਂ ਦਾ ਕੋਈ ਮਾੜਾ ਮੋਟਾ ਹੈਗਾ, ਬੰਦ ਕਰਤੀ ਉਹਨਾਂ ਨੇ, ਨਹੀਂ ਅਜੇ ਮਤਲਬ ਖੋਲਣੀ। ਬਾਕੀ ਸਾਰੇ ਪ੍ਰੋਗਰਾਮ ਜੋ ਕੁਛ ਵੀ ਹੈਗੇ ਮੂਹਰਲੇ ਸਮੇਂ ਲਈ ਉਹ ਚੰਗੇ ਹੀ ਹੋਣਗੇ ਮੇਰਾ ਖਿਆਲ। ਥੈਂਕ ਯੂ ਗਿੱਲ ਸਾਹਿਬ, ਤੁਸੀਂ ਬਹੁਤ ਵਧੀਆ ਮਿਹਨਤ ਕਰਦੇ ਹੋ, ਬਹੁਤ ਸੋਹਣਾ ਪ੍ਰੋਗਰਾਮ ਦਿੰਦੇ ਹੋ। ਮੈਂ ਤਾਂ ਕਹਿੰਦਾ ਵੀ ਤੁਸੀਂ ਨਾ ਡਟੇ ਰਿਹਾ ਕਰੋ ਕੁਰਸੀ ਤੇ। ਸ਼ੇਰੇ ਪੰਜਾਬ ਜਿੰਦਾਬਾਦ, KRP ਜਿੰਦਾਬਾਦ। ਧੰਨਵਾਦ ਜੀ, ਧੰਨਵਾਦ, ਥੈਂਕ ਯੂ ਜੀ। ਸਰ ਸਰਜੀਤ ਸਿੰਘ ਲਾਈਨ ਨੰਬਰ 3। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਕੱਲ ਦਾ ਜਿਹੜੀ ਗੱਲ ਹੋਈ ਇੱਕ ਰੇਡੀਓ ਤੇ ਕਰ ਸਕਦਾ ਛੋਟੇ ਵਾਲੇ ਤਕਲੀਫ ਬਣਾ ਦੋ ਬੁੜੀਆਂ ਨੂੰ? ਉਹ ਬਾਈ ਜੀ ਕੋਈ ਲੋੜ ਨਹੀਂ ਆਪਾਂ ਨੂੰ ਬਾਈ ਜੀ, ਛੱਡੋ ਤੁਸੀਂ। ਜਿਹੜਾ ਕੋਈ ਆਪਣਾ ਕਿਸੇ ਦਾ ਆਪਾਂ ਮੂੰਹ ਥੋੜਾ ਪੜਨਾ, ਜਿਹੜਾ ਕੋਈ ਮਰਜ਼ੀ ਤੁਸੀਂ ਆਪਣੇ ਪ੍ਰੋਗਰਾਮ ਦੀ ਗੱਲ ਕਰੋ। ਆਪਣਾ ਪ੍ਰੋਗਰਾਮ ਸਿਰੇ ਦੇ ਹੁੰਦਾ, ਗੱਲ ਕਹਿਣ ਦੀ ਲੋੜ ਹੀ ਨਹੀਂ। ਬਾਜੀ ਬਾਈ ਥੈਂਕ ਯੂ, ਥੈਂਕ ਯੂ। ਓਕੇ। ਆਪਾਂ ਆਪਣੇ ਕਾਲਰ ਸੈੱਟ ਕਰਾ ਕੇ ਥੋੜਾ ਗੱਲਾਂ ਕਰਨੀਆਂ ਨੇ, ਇਹ ਨਹੀਂ ਗੱਲ ਆਪਾਂ ਨੂੰ ਨਹੀਂ ਲੋੜ ਹੈ। ਕੋਈ ਨਾ, ਤੁਸੀਂ ਇੱਥੇ ਹੀ ਹੋ, ਮੈਂ ਵੀ ਇੱਥੇ ਹੀ ਆ। ਸਮਾਂ ਥੋੜਾ ਜਿਹਾ ਸਮਾਂ ਚਾਹੀਦਾ, ਥੋੜਾ ਜਿਹਾ, ਡੋਂਟ ਵਰੀ। ਆਪਾਂ ਵੇਸਟ ਨਹੀਂ ਆਪਣਾ ਕੰਮ ਕਰਨਾ, ਆਪਾਂ ਆਪਣੀ ਗੱਲ ਕਰਨੀ ਹੈ। ਇੱਥੇ ਹੀ ਤੁਸੀਂ ਹੋ, ਇੱਥੇ ਮੈਂ ਆ, ਥੋੜਾ ਜਿਹਾ ਸਮਾਂ ਦਿਓ। ਚਰਨ ਸਿੱਧੂ ਜੀ ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਬਾਈ ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ। ਹਾਂਜੀ ਬਾਈ ਜੀ, ਥੋੜੇ ਗੱਲ ਤੋਂ ਯਾਦ ਆ ਗਈ, ਮੈਂ ਪਾਸੇ ਤੇ ਰਾਲੀਗੜ੍ਹ ਹਾਈਵੇ ਤੇ ਸੀ, ਉਹ ਆਪਣੇ ਤਵੇ ਤੋਂ ਗੱਲ ਮੈਨੂੰ ਯਾਦ ਆ ਗਈ ਬਈ ਸਵੇਰੇੋਂ ਵੀ ਤੇ ਸ਼ਾਮ ਨੂੰ ਵੀ 2 ਟਾਈਮ ਤਵਾ ਤਾਂ ਨਾ ਕਹੋ। ਮੈਂ ਤਾਂ ਇਹੀ ਕਹੂੰਗਾ ਵੀ ਸਵੇਰ ਵੇਲੇ ਵੀ ਇਹ ਤੁਹਾਡੇ ਨਾਂ ਦਾ ਜਪਜੀ ਸਾਹਿਬ ਹੁੰਦਾ ਤੇ ਸ਼ਾਮ ਨੂੰ ਵੀ ਤੁਹਾਡੇ ਨਾਂ ਦਾ ਰਹਿਰਾਸ ਦਾ ਪਾਠ ਹੁੰਦਾ। ਇਹ ਪਤਾ ਨਹੀਂ ਲੋਕਾਂ ਨੂੰ ਕਾਹਤੇ ਆਦਤ ਪਈ ਹੋਈ ਆ। ਉਹ ਹੁਣ ਇੱਕ ਦੋ ਵਾਰ ਫੋਨ ਵੀ ਕੀਤੇ, ਕਹਿਣ ਦੀ ਵੀ ਕੋਸ਼ਿਸ਼ ਕੀਤੀ, ਪਰ ਜੋ ਸੁਣਨੀ ਨਹੀਂ ਤੁਹਾਡੀ ਗੱਲ ਕੱਟ ਦੇਣੀ ਆ ਜਾਂ ਹੋਲਡ ਤੇ ਪਾ ਦੇਣਾ।
ਤੋ ਇਸ ਕਰਕੇ ਕਹਿਣੋਂ ਤਾਂ ਹਟ ਗਏ, ਪਰ ਉਹਨੂੰ ਹੁਣ ਤਵਾ ਨਹੀਂ ਮੇਰੇ ਦਿਮਾਗ 'ਚ ਆਈ। ਮੈਂ ਕਿਹਾ ਤਵਾ ਨਹੀਂ, ਇਹ ਮੇਰਾ ਮੁੰਡਾ ਕਹਿੰਦਾ ਹੁੰਦਾ ਜੇ ਤੁਸੀਂ ਕਹਿ ਦੋ ਨਾ ਵੀ ਮੈਂ ਉਹਦੀ ਕੇਅਰ ਨਹੀਂ ਕਰਦਾ ਨਾ ਉਹਦੀਆਂ ਗੱਲਾਂ ਕਰੀ ਜਾਣ, ਇਹ ਬੰਦਿਆਂ ਨੂੰ ਜੈਲਸ ਆ। ਇਹਨਾਂ ਨੇ ਤੁਹਾਡੇ ਨਾਂ ਦਾ ਹੀ ਮੈਂ ਤਾਂ ਕਹੂੰਗਾ ਵੀ ਇਹ ਜੀ ਜਪਜੀ ਸਾਹਿਬ ਤੇ ਰਹਿ ਰਸ ਪੜ੍ਹਦੇ ਆ। ਥੈਂਕ ਯੂ ਬਾਈ ਜੀ। ਕੋਈ ਨਾ, ਧੰਨਵਾਦ, ਜਿਹਦੇ ਵਾਸਤੇ ਰਹੋ, ਕੋਈ ਫਰਕ ਨਹੀਂ, ਫਿਕਰ ਨਾ ਕਰੋ ਤੁਸੀਂ। ਮੈਂ ਇਹ ਤੁਹਾਡਾ ਸਮਾਂ ਤੁਹਾਨੂੰ ਸਰਵ ਕਰਨ ਲਈ ਬੈਠਾ। ਜਿਹੜਾ ਮੇਰੇ ਨਾਲ ਕਿਸੇ ਦਾ ਉਹ ਮੈਂ ਆਪਣੇ ਤਰੀਕੇ ਨਾਲ ਉਹਨੂੰ ਸੋਲਵ ਕਰੂ, ਤੁਸੀਂ ਫਿਕਰ ਨਾ ਕਰੋ। ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ, ਦਾਤਾ ਉਮਰ ਬਖਸ਼ੇ। ਇਸ ਦੇ ਨਾਲ ਹੀ ਆਪਾਂ ਅਮਰੀਕਾ ਦੀ ਗੱਲਬਾਤ ਕਿ ਅਮਰੀਕਾ ਦੇ ਵਿੱਚ ਜਿਹੜੀ ਆਈਸੋਲੇਸ਼ਨ ਹੋਈ ਹੈ ਬਹੁਤ ਜ਼ਿਆਦਾ ਟਰੰਪ ਦੇ ਸਮੇਂ ਰਾਈਟ ਵਿੰਗ ਜਿਹੜੇ ਸੋਚਣ ਵਾਲੇ ਆਈਡੀਓਲੋਜੀ ਵਾਲੇ ਨੇ ਉਹਨਾਂ ਦਾ ਡੋਨਲਡ ਜਿਹੜੀ ਵੈਬਸਾਈਟ ਹੈ ਉਸ ਦੀ ਗੱਲ, ਉਹਨਾਂ ਦੇ ਉੱਪਰ ਹਮਲਾ ਜਿਹੜਾ ਕੈਪੀਟਲ ਹਿੱਲ ਦੇ ਵਿੱਚ ਹੋਇਆ ਤੇ ਹੁਣ FBI ਨੇ ਸੂਹ ਦਿੱਤੀ ਆ ਕਿ ਉਹ ਵਰਦੀ ਪਾ ਕੇ ਪੁਲਿਸ ਤੇ ਮਿਲਟਰੀ ਦੇ ਵਿੱਚ ਬੰਦੇ ਰਲ ਸਕਦੇ ਨੇ। ਤੋ ਇਸ ਦੇ ਲਈ 25,000 ਨੈਸ਼ਨਲ ਗਾਰਡ ਕੱਲ ਦੀ ਜਿਹੜੀ ਹੈ ਸਹੁੰ ਚੁੱਕ ਸਮਾਗਮ ਲਈ ਹੈ ਤੇ ਉਸ ਦੀ ਵੀ ਗੱਲ ਨਾਲ ਬਾਤ ਕਰ ਲਈਏ। ਸਾਹਿਬ ਭੁਲਿੰਦਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿਣਾ ਸੀਗਾ ਜੀ ਵੀ ਜਿਵੇਂ ਟਰੰਪ ਸਾਹਿਬ ਵੇਲੇ ਜਿਵੇਂ ਆ ਕੈਨੇਡਾ ਨੂੰ ਕਾਫੀ ਕੁਝ ਝੱਲਣਾ ਪਿਆ ਨਜਾਇਜ਼, ਉਦਾਂ ਹੀ ਬੇਮਤਲਬ ਆਈ, ਉਹ ਰਿਸ਼ਤੇ ਸਾਡੇ ਵਧੀਆ ਹੋਣੇ ਚਾਹੀਦੇ ਆ, ਕਿਉਂਕਿ ਸਾਡਾ ਅਮਰੀਕਾ ਦੇ ਨਾਲ ਵਧੀਆ ਤਾਲਮੇਲ ਆ ਤੇ ਬਿਜ਼ਨਸ ਆ, ਜੋ ਵੀ ਜਿਵੇਂ ਹੈਗਾ ਵਾ ਉਹ ਵਧੀਆ ਹੋਣਾ ਚਾਹੀਦਾ। ਆਪਾਂ ਤਾਂ ਇਹੀ ਕਾਮਨਾ ਕਰਦੇ ਆ। ਬਾਕੀ ਆਪਣੀ ਤਾਂ ਜੀ ਚੜਾਈ ਹੋ ਗਈ। ਹੁਣ ਸ਼ਾਮ ਨੂੰ ਮੈਂ ਬੰਦੇ ਬਾਹਲੇ ਕਹਿੰਦੇ ਸੀ ਬੰਦਾ ਆਪਣੇ ਵਿਰੋਧ ਚ ਕਿਸਾਨ ਵਿਰੋਧੀ ਬੋਲਦਾ। ਮੈਂ ਵੀ ਥੋੜਾ ਜਿਹਾ ਟਰਾਈ ਕੀਤਾ ਸੁਣਨ ਦੀ ਤੇ ਸੁਣਿਆ ਪਹਿਲਾਂ, ਫਿਰ ਟਰਾਈ ਕੀਤੀ ਕਾਲ ਕਰਨ ਦੀ ਤੇ ਆਪਣੀ ਕਾਲ ਕੱਟੀ ਗਈ। ਇਸ ਲਈ ਆਪਾਂ ਨੂੰ ਤਾਂ ਇਹ ਮਹਿਸੂਸ ਹੁੰਦਾ ਵੀ ਆਪਣੀ ਚੜਾਈ ਆ ਪੂਰੀ ਸਾਡੀ, ਵੀ ਜਿਹੜਾ ਬੰਦਾ ਸਾਡੀ ਦੇਖ ਕੇ ਬਿਨਾਂ ਮਾਫੀ ਮੰਗੇ ਕਾਲ ਕੱਟ ਦੇਵੇ ਕੋਈ ਰੇਡੀਓ ਵਾਲਾ ਵੀ ਭਾਈ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਮਾਫੀ ਚਾਹੁੰਦਾ, ਇਹਦਾ ਮਤਲਬ ਤੁਹਾਡੀ ਚੜਾਈ ਆ ਫੁੱਲ। ਤੇ ਬਾਕੀ ਇਹ ਵੀ ਆਪਣੇ ਬੰਦੇ ਭਿੜਦੇ ਆ ਜੀ, ਪੂਰੇ ਭਿੜਦੇ ਆ। ਦਲੀਲਾਂ ਪੀਲਾਂ ਨਾਲ ਮੈਂ ਲਾਇਆ ਹਿਸਾਬ, ਕੋਈ ਆਪਾਂ ਨੂੰ ਜਗਣ ਝਗਣ ਦੀ ਲੋੜ ਨਹੀਂ। ਜਿਹੜਾ ਕੁਛ ਮਰਜ਼ੀ ਕੋਈ ਬੋਲਿਆ ਵੀ ਹੁਣ ਤਾਂ ਜਿੱਧਰ ਨੂੰ ਗਿੱਲ ਸਾਹਿਬ ਜਾਊ ਉੱਧਰ ਨੂੰ ਜਾਣਗੇ ਬੰਦੇ, ਕਿਉਂਕਿ ਅਸੀਂ ਇਹ ਨਹੀਂ ਵੀ ਮੈਂ ਆਪਦੀ ਗੱਲ ਕਰਦਾ। ਆਲਵੇਜ਼ ਮੈਂ ਟਰਾਈ ਕਰਦਾ ਵੀ ਆਪਦੀ ਗੱਲ ਕਰਾਂ, ਆਪਦੀ ਉਦਾਹਰਨ ਦੇਵਾਂ, ਕਿਉਂਕਿ ਮੈਂ ਹਰਜੀਤ ਸਿੰਘ ਗੱਲ ਨੂੰ ਜਦੋਂ ਪਹਿਲੇ ਦਿਨ ਤੋਂ ਜਾਣਦਾ ਸੀ ਉਦੋਂ ਮੇਰੀ ਕੁਛ ਸੋਚਣੀ ਹੋਰ ਸੀ ਹਰਜੀਤ ਗੱਲ ਬਾਰੇ। ਉਦੋਂ ਮੈਂ ਕਿਸੇ ਹੋਰ ਢੰਗ ਨਾਲ ਸੋਚਦਾ ਸੀ, ਮੈਨੂੰ ਵੀ ਕੁਛ ਕਮੀਆਂ ਸੀ, ਮੇਰੇ 'ਚ ਵੀ ਸੀ। ਮਤਲਬ ਕਹਿ ਲਓ ਵੀ ਚੰਗਾ ਦੇਖ ਕੇ ਨਹੀਂ ਅਸੀਂ ਜੁੜੇ, ਪਹਿਲਾਂ ਅਸੀਂ ਮਾੜਾ ਪੱਖ ਦੇਖਿਆ, ਫਿਰ ਅਸੀਂ ਉਸ ਹਿਸਾਬ ਨਾਲ ਹੋਏ। ਅੱਜ ਅਸੀਂ 5-6 ਸਾਲਾਂ ਬਾਅਦ ਮੈਂ ਜੇ ਕੋਈ ਗੱਲ ਕਰਦਾ ਤਾਂ ਉਹਦਾ ਕਹਿਣ ਦਾ ਮਤਲਬ ਵੀ ਜਿੱਧਰ ਨੂੰ ਹੁਣ ਜਾਊਗਾ ਅਸੀਂ ਤਾਂ ਉੱਧਰ ਨੂੰ ਹੁਣ ਮਗਰ ਨੂੰ ਹੋ ਲੈਣਾ। ਪਰ ਹੁਣ ਅਸੀਂ ਵੀ ਜਿਵੇਂ ਸ਼ਾਮ ਨੂੰ ਮੈਂ ਦੇਖਿਆ ਬੰਦੇ ਆਪਣੇ ਬਹੁਤ ਵਧੀਆ ਸਟੈਂਡ ਲੈਂਦੇ ਆ, ਐਂ ਸਟੈਂਡ ਲਿਆ ਕਰੋ। ਆਪਾਂ ਬੰਦਿਆਂ ਨੂੰ ਐਂ ਪਿਆਰ ਨਾਲ ਹੀ ਥੱਲੇ ਸੱਟ ਲੈਣਾ ਵਾ। ਧੰਨਵਾਦ ਜੀ। ਜਸਵੀਰ ਸਿੰਘ, ਲਾਈਨ ਨੰਬਰ 4। ਧੰਨਵਾਦ ਸਰਦਾਰ ਜੀ। ਤੁਸੀਂ ਆਪਣੇ ਬਾਈਡਨ ਪ੍ਰਧਾਨ ਬਣ ਰਹੇ ਨੇ, ਉਹਨਾਂ ਦੀ ਗੱਲ ਕਰ ਰਹੇ ਸੀ। ਇਹਦੀ ਤਬਦੀਲੀ ਦੇ ਵਿੱਚ ਜਿਹੜੀ ਚੀਜ਼ ਮੈਂ ਕਿਉਂਕਿ ਇੱਧਰ ਆਉਂਦਾ ਜਾਂਦਾ ਰਹਿਣਾ, ਅੱਜ ਮੈਂ ਇੱਧਰ ਹੀ ਆ, ਮੈਂ ਟੈਕਸਸ ਸੂਬੇ ਦੇ ਵਿੱਚ ਚੱਲ ਰਿਹਾ। ਜਦੋਂ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਇਸ ਵਿਸ਼ੇ ਤੇ ਕਰਦੇ ਆ ਜਾਂ ਵੇਖਦੇ ਆ ਨਾ, ਇਹਦਾ ਪ੍ਰਭਾਵ ਜਿਹੜਾ ਹੁੰਦਾ ਏਦਾਂ ਦੀ ਰਾਜਨੀਤੀ ਦਾ ਜਾਂ ਏਦਾਂ ਦੇ ਰਾਜ ਦਾ ਜਿਹੜਾ ਪ੍ਰਭਾਵ ਮਨੁੱਖ ਤੇ ਪੈਂਦਾ, ਉਹਦੀ ਬੋਲੀ ਚਾਲੀ ਔਰ ਉਹਦੇ ਦੂਸਰੇ ਦੇ ਨਾਲ ਵਿਹਾਰ ਕਰਨ ਦਾ ਜਿਹੜਾ ਲਹਿਜਾ ਆਉਂਦਾ, ਉਦੋਂ ਜਦੋਂ ਏਦਾਂ ਦੀ ਸਤ੍ਹਾ ਤਬਦੀਲ ਹੁੰਦੀ ਹੈ ਨਾ, ਉਹ ਤੁਸੀਂ ਮਹਿਸੂਸ ਕਰਦੇ ਹੋ। ਔਰ ਉਹ ਮਹਿਸੂਸ ਕਰਨ ਦੇ ਵਿੱਚ ਤੁਹਾਨੂੰ ਕਈ ਵਾਰੀ ਉਹ ਗੱਲਾਂ ਦੇ ਵਰਤਾਰੇ ਵਿੱਚ ਫਰਕ ਵੀ ਨਜ਼ਰ ਆਉਂਦਾ। ਜਦੋਂ ਪਹਿਲਾਂ ਆਉਂਦੇ ਸੀ ਲੋਕਾਂ ਦਾ ਵਿਹਾਰਕ ਢਾਂਚਾ ਰੁੱਖਾ ਸੀ ਜਾਂ ਉਹਨਾਂ ਦੇ ਮਾਨਸਿਕ ਪ੍ਰਭਾਵ ਤੇ ਇਹ ਅਸਰ ਸੀਗਾ ਕਿ ਲੋਕ ਉਸ ਦਹਿਸ਼ਤ ਨੂੰ ਕਹਿ ਲਈਏ ਆਪਾਂ ਜਾਂ ਉਦਾਂ ਦੇ ਅਸਰ ਰਸੂਖ ਨੂੰ ਕਬੂਲ ਕਰਦੇ ਹੋਏ ਦੂਸਰੇ ਵਿਅਕਤੀ ਨਾਲ ਵਿਹਾਰ ਕਰਦੇ ਸੀ। ਹੁਣ ਜਿੱਦਣ ਦਾ ਇਹ ਜਿੱਤਿਆ, ਜਿੱਦਣ ਦਾ 6 ਤਰੀਕ ਤੋਂ ਬਾਅਦ ਰੌਲਾ ਪਿਆ, ਉਦੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਲੋਕਾਂ ਦੀ ਤੁਹਾਡੇ ਨਾਲ ਵਿਹਾਰ ਕਰਨ ਦਾ ਜਿਹੜਾ ਤਰੀਕਾ ਸਲੀਕਾ ਉਹਦੇ ਵਿੱਚ ਤਬਦੀਲੀ ਹੈ। ਤਾਂ ਕੱਲ ਮੈਂ ਇੱਕ ਵਿਅਕਤੀ ਨਾਲ ਖੜਾ ਸੀ, ਉੱਥੇ ਮੈਂ ਗੱਲ ਕਰ ਰਿਹਾ ਸੀ, ਉਹ ਮੈਕਸੀਕਨ ਸੀ ਪਰ ਇੱਥੋਂ ਦਾ ਜੰਮਿਆ ਪਲਿਆ ਸੀ। ਉਹ ਮੈਨੂੰ ਕਹਿੰਦਾ ਹਾਂਜੀ ਹੈਲੋ ਹਾਂਜੀ ਸੁਣ ਰਿਹਾ ਮੈਂ ਗੱਲ ਜੀ। ਤੁਹਾਡਾ ਫੋਨ ਕੱਟਿਆ ਗਿਆ, ਸੌਰੀ, ਦੁਬਾਰਾ ਫੋਨ ਕਰਿਓ। ਸਰ ਰੁਪਿੰਦਰ ਸਿੰਘ, ਲਾਈਨ ਨੰਬਰ 5। ਰੁਪਿੰਦਰ ਸਿੰਘ ਜੀ। ਹੈਲੋ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ।
ਵੀਰ ਜੀ ਮੈਂ ਨਾ ਇੱਕ ਬੇਨਤੀ ਕਰਨ ਲੱਗਿਆ ਸੀਗਾ। ਆਪਾਂ ਨੇ ਜੇ ਕਿਸੇ ਦੀ ਆਪਾਂ ਫੇਵਰ ਕਰਨੀ ਆ, ਕਿਸੇ ਦਾ ਵਿਰੋਧ ਕਰਨਾ, ਆਪਾਂ ਪਰਸਨਲ ਲੈਵਲ ਤੇ ਹੋ ਸਕਦੇ ਆ। ਵਿੱਚ ਗੁਰਬਾਣੀ ਨੂੰ ਵੀਰ ਜੀ ਨੇ ਇੱਕ ਲੈ ਕੇ ਆਇਆ ਬੰਦਾ, ਉਹ ਕਹਿੰਦਾ ਵੀ ਜਪਜੀ ਸਾਹਿਬ ਦਾ ਪਾਠ ਕਰਦਾ ਰਹਿ ਦਾ, ਇਹ ਚੀਜ਼ਾਂ ਕਰਨ ਵਾਲੀ ਇਹ ਰੂਹਾਨੀ ਚੀਜ਼ਾਂ ਨੇ, ਇਹਨਾਂ ਨੂੰ ਪਰਸਨਲ ਲੈਵਲ ਤੇ ਨਾ ਲੋੜੀ। ਆਪਾਂ ਬਾਈ ਜੀ ਦੇ ਆਪਾਂ ਜੇ ਕਿਸੇ ਦੀ ਸਪੋਰਟ ਕਰਦੇ ਆ, ਠੀਕ ਹੈ, ਉਹ ਆਪਾਂ ਦੂਜੇ ਬੰਦੇ ਦਾ ਦੇਖ ਲਿਆ, ਉਹਨੂੰ ਦੇਖ ਲਿਆ ਵੀ ਕੀ ਬੋਲਦਾ, ਉਹਦਾ ਲੈਵਲ ਕੀ ਆ, ਆਪਾਂ ਨੂੰ ਪਤਾ ਲੱਗ ਗਿਆ ਵੀ ਉਹ ਲੈਵਲ ਤੱਕ ਆਪਾਂ ਡਿੱਗ ਨਹੀਂ ਸਕਦੇ ਹੈਗੇ, ਆਪਾਂ ਉਹਨੂੰ ਬੰਦ ਕਰ ਦਈਏ। ਕਾਂ ਬਨੇਰੇ ਉੱਤੇ ਕਾਂ ਕਰਦਾ ਹੈ, ਸਾਰਾ ਦਿਨ ਤਾਂ ਨਹੀਂ ਕਰਦਾ, ਉਹਨੇ ਉੱਡ ਜਾਣਾ ਹੁੰਦਾ, ਠੀਕ ਹੈ। ਬੈਟਰ ਆ ਵੀ ਉਹਨਾਂ ਨੂੰ ਆਪਣਾ ਸੁਣਨਾ ਬੰਦ ਕਰ ਦੋ, ਆਪੇ ਉਹਨਾਂ ਨੇ ਜ਼ੀਰੋ ਹੋ ਜਾਣਾ। ਤੇ ਜ਼ਰੂਰੀ ਨਹੀਂ ਹੈਗਾ ਜੇ ਤੁਹਾਡੀ ਅਸੀਂ ਫੇਵਰ ਕਰਨੀ ਹੈ ਜਾਂ ਤੁਹਾਡਾ ਸਾਈਡ ਲੈਣਾ, ਅਸੀਂ ਹੋਰ ਚੀਜ਼ਾਂ ਨਾ ਜੋੜ ਜੀਏ, ਜਿਹੜੇ ਕੋਈ ਰਵਾਨੀ ਵਾਲੀਆਂ ਚੀਜ਼ਾਂ ਉਹ ਪਰਸਨਲ ਲੈਵਲ ਤੇ ਨਾ ਲੈ ਕੇ ਆਏ ਕਰੇ। ਬੇਨਤੀ ਹੈ ਵੀਰ ਜੀ ਨੂੰ, ਜਿਹੜੇ ਜੇ ਬਾਈ ਜੀ ਆਪਾਂ ਸਪੋਰਟ ਕਰਦੇ ਆ ਦਾ ਮਤਲਬ ਇਹ ਨਹੀਂ ਹੈਗਾ ਆਪਾਂ ਆਪਣਾ ਰੂਹਾਨੀ ਚੀਜ਼ਾਂ ਨੂੰ ਵੀ ਨਾਲ ਜੋੜ ਦੀ। ਧੰਨਵਾਦ। ਠੀਕ ਹੈ ਵੀਰ ਜੀ, ਥੈਂਕ ਯੂ। ਸਰ ਕਸ਼ਮੀਰ ਸਿੰਘ ਬਿੱਟੂ। ਸਤਿ ਸ੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਗਿਲ ਸਾਹਿਬ ਵਧੀਆ, ਜੋ ਤੁਸੀਂ ਵੀ ਗੱਲ ਕਰਦੇ ਆ, ਚਲੋ ਆਪਾਂ ਵੀ ਜੁੜੇ ਹਾਂ ਇੰਡੀਆ ਦੇ ਨਾਲ, ਤੇ ਬਾਕੀ ਇੰਡੀਆ ਦੀ ਗੱਲ ਜਿਹੜੀ ਤੁਸੀਂ ਅਮਰੀਕਾ ਦੀ ਕੀਤੀ, ਚਲੋ ਉਹ ਤਾਂ ਸਾਰਾ ਕੁਝ ਸਾਹਮਣੇ ਆ ਹੀ ਗਿਆ ਜੋ ਟਰੰਪ ਕਰਦਾ ਸੀਗਾ। ਤੇ ਜਿਹੜੀ ਇੰਡੀਆ ਦੀ ਆਪਾਂ ਗੱਲ ਕਰਦੇ ਗਿਲ ਸਾਹਿਬ, ਜਿੱਦਾਂ ਨਾ ਆਪਾਂ ਉੱਠਦੇ ਆ ਬਹਿੰਦੇ ਆ, ਹਰ ਗੱਲ ਸਾਡੀ ਜਿੱਦਾਂ ਹੁਣ ਪਿੱਛੇ ਹਰ ਵੇਲੇ ਝਾਕ ਰਹਿੰਦੀ ਆ ਵੀ ਕਿਸੇ ਵੇਲੇ ਚੰਗਾ ਕਿੱਦਾਂ ਸੁਨੇਹਾ ਆਉਂਦਾ ਹੈ। ਇਹਦੇ ਕਰਕੇ ਕਈ ਵਿੱਚ ਮੈਂ ਕੱਲ ਵੀ ਗੱਲ ਕੀਤੀ ਸੀ, ਦੇਖੋ ਮਾਨਕ ਤੌਰ ਤੇ ਸਿੱਖ ਬੰਦੇ ਜਿਹੜੇ ਆ ਤਕਾਰ ਨੂੰ ਕਿਤੇ ਵੀ ਕੋਈ ਰੇਡੀਓ ਵੀ ਲਾ ਲਓ ਤੁਸੀਂ, ਜਿਹੜੇ ਕੱਲ ਕਿ ਮੋਦੀ ਦੀ ਕਿ ਸਾਰੀਆਂ ਸਟੇਟਾਂ ਦੇ ਵਿੱਚ ਇੰਨੀ ਚੜਾਈ ਆ ਕਿ ਦੂਏ ਵਿੱਚ ਘੱਟ ਵਾ ਜੀ, ਦੂਏ ਚ ਪੰਜਾਬ ਦਾ ਹਰਿਆਣਾ ਚ, ਉਹ ਮੈਂ ਕਹਿੰਦਾ ਜੀ ABP ਮੀਡੀਆ ਆ ਤਾਂ ਉਹ ਤਾਂ ਦਿਨ ਦਾ ਮੋਦੀ ਦਾ ਹੈਗਾ ਆ, ਮੋਦੀ ਦਾ ਉਹਨੂੰ ਚੜਾਈ ਦੱਸਣੀ ਆ। ਇਹਦੇ ਕਰਕੇ ਜਿਹੜਾ ਵੀ ਆਉਂਦਾ ਇਹ ਡਰਾਮਾ ਕਰਦੇ ਆ ਕੇ, ਇੱਕ ਦੋ ਹੋਸ਼ ਹੈਗੇ ਆ, ਰੱਬ ਦਾ ਵਾਸਤਾ ਇਹਨਾਂ ਦੇ ਕੇ ਮਿਹਨਤਾਂ। ਬਾਕੀ ਮੈਂ ਤਾਂ ਇਹ ਕਹਿੰਦਾ ਲੋਕਾਂ ਨੂੰ ਸੁਣਨਾ ਬੰਦ ਕਰੋ, ਤਾਂ ਇਹਨਾਂ ਦਾ ਅਸੀਂ ਤਾਂ ਕਾਲ ਕਰਨੇ ਹਟ ਗਏ, ਕਿਉਂਕਿ ਆਪਾਂ ਕੋਲ ਨਹੀਂ ਸੁਣਦਾ, ਕਿਉਂਕਿ ਕੀ ਲੈਣਾ ਆਈਏ ਕਾਲ ਕਰਕੇ। ਆਪਾਂ ਜਿਹੜੇ ਘਰ ਰੇਡੀਓ ਤੇ ਗੱਲ ਵੀ ਕਰਦੇ, ਉਹ ਵੀ ਰੇਡੀਓ ਦਾ ਜਿਹੜਾ ਉਹਨੂੰ ਵੀ ਥੱਲੇ ਲਿਆਉਂਦੇ, ਉਹਦੀ ਘਰ ਤੋਂ ਘਰ ਜਿੱਦਾਂ ਉਹ ਰੇਡੀਓ ਜਿਹੜੇ ਮਾਲਕ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਦੱਸੋ ਵੀ ਤੁਸੀਂ ਗੱਲ ਤਾਂ ਤੁਹਾਨੂੰ ਮਾਲਕ ਕਿਉਂ ਨਹੀਂ ਕਹਿੰਦੇ ਰੇਡੀਓ ਵਾਲੇ। ਇਹਦੇ ਕਰਕੇ ਮਾਲਕ ਵੀ ਇਸ ਹਿਸਾਬ ਰਲੇ ਹੋਣਗੇ, ਇਹ ਜਿਸ ਹਿਸਾਬ ਨਾਲ ਜੋ ਗੱਲ ਕੰਮ ਕਰਦੇ ਆ। ਇਹਦੇ ਕਰਕੇ ਅਸੀਂ ਤਾਂ ਕਹਿ ਕੇ ਥੱਕ ਗਏ ਵੀ ਨਾ ਕਰੋ ਨਾ ਕਰੋ। ਹੁਣ ਦੇਖੋ ਕੀ ਲੋਕ ਬੰਦੇ ਉਸ ਦੁਨੀਆ ਮਰੀ ਜਾਂਦੀ ਆ, ਆਪਾਂ ਰੋਜ਼ ਦੇਖਦੇ ਅੱਜ ਕੋਈ ਮਰ ਗਿਆ, ਕੱਲ ਕੋਈ ਮਰ ਗਿਆ। ਇਹਦੇ ਕਰਕੇ ਜਿਹੜੇ ਆਪਣੇ ਘਰ ਦਾ ਮਾਰਦਾ ਫਿਰ ਦੁੱਖ ਲੱਗਦਾ, ਬਗਾਨਿਆਂ ਨੂੰ ਦੁੱਖ ਨਹੀਂ ਲੱਗਦਾ। ਇਹਦੇ ਕਰਕੇ ਜਿਹੜੇ ਰੇਡੀਓ ਸਟੇਸ਼ਨ ਨੇ ਇਹਨਾਂ ਨੂੰ ਮਿਹਨਤ ਕਰਦੇ ਆ ਵੀ ਤੁਸੀਂ ਉੱਤੇ ਬੈਠੇ ਹੋ, ਤੁਸੀਂ ਵੀ ਨਾ ਰੋਟੀਆਂ ਸੇਕੋ ਇਹ ਕੰਮ। ਥੈਂਕ ਯੂ ਵੀਰ ਜੀ। ਸਰ ਚਮਕੌਰ ਸਿੰਘ 3। ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਗੱਲ ਕਰਦੇ ਜੀ ਖੱਚਰਾਂ ਦੀ, ਉਹਦੇ ਬਾਰੇ ਉਹਦਾ ਜੀ ਚਿਰ ਹੋ ਗਿਆ, ਹੁਣ ਆਪਾਂ ਅਮਰੀਕਾ ਦੀ ਗੱਲ ਕਰ ਲਈਏ ਪਲੀਜ਼। ਥੋੜੀ ਜਿਹੀ ਉਸੇ ਵਿਸ਼ੇ ਤੇ ਗੱਲ ਮਾੜੀ ਜੀ। ਹਾਂਜੀ ਹਾਂਜੀ। ਉਹ ਬੰਦੇ ਅੱਜ ਕੱਲ ਵੀ ਉਹੀ ਉਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਕਹਿੰਦੇ ਹੋ, ਉਹ ਆਪਾਂ ਉਹ ਨਿਆਣੀਆਂ ਉੱਥੇ ਬੁੜੀਆਂ ਵੀ ਕਹਿ ਦਿੰਦੀਆਂ ਸੀ ਇਹ ਖਚਰੀ ਹਾਸੀ ਆਜਦਾ ਹੈ, ਖਚਰਾ ਫਲਾਣਾ ਢਮਕਾ। ਉਹ ਅੱਜ ਵੀ ਉਹ ਖਚਰੀਆਂ ਗੱਲਾਂ ਹੁੰਦੀਆਂ ਨੇ, ਜਿਵੇਂ ਉਹ ਪੈਂਖੜ ਤੋਂ ਬਿਨਾਂ ਨਹੀਂ ਸੀ ਖੱਚਰ ਚੱਲਦੀ ਹੁੰਦੀ, ਉਹਦੀਆਂ ਲੱਤਾਂ ਨੂੰ ਪੈਂਖੜਾਂ ਬੰਨ ਦਿੰਦੇ ਸੀ, ਉਹ ਪੈਂਖੜਾਂ ਬੰਨੀਆਂ ਤੇ ਠੀਕ ਰਹਿੰਦੀਆਂ ਨੇ, ਉਹ ਨੁਕਰਿਆਂ ਦੀ ਰੀਸਾਂ ਨਹੀਂ ਕਰ ਸਕਦੀਆਂ ਹੁੰਦੀਆਂ। ਖੱਚਰਾਂ ਜਿਹੜੀਆਂ ਇਹਨਾਂ ਨੇ ਕਰਦੀਆਂ ਬੜਾ ਕੁਛ ਨੇ, ਅੱਜ ਵੀ ਉਹ ਰੀਸਾਂ ਕਰਦੀਆਂ ਨੇ ਨੁਕਰਿਆਂ ਦੀ ਰੀਸਾਂ ਹੋ ਨਹੀਂ ਸਕਦੀਆਂ ਹੁੰਦੀਆਂ, ਬੜੇ ਗਲਤੇ ਮਾਰਦੀਆਂ ਨੇ ਭਾਵੇਂ ਉਹਨਾਂ ਦਾ ਕੱਟਿਆ ਜਾਵੇ। ਪਰ ਜਿਹੜੇ ਖਚਰੇ ਹੁੰਦੇ ਆ ਜਾਂ ਖਚਰੀ ਹਾਸੀ ਹੱਸਣ ਵਾਲੇ ਹੁੰਦੇ ਆ, ਉਹ ਮੜੀਆਂ 'ਚ ਹੀ ਦੱਸੀ ਜਾਂਦੇ ਆ। ਕਿਵੇਂ ਇਹਨੇ ਲਿਖਿਆ ਸੀ ਸ਼ਿਵ ਕੁਮਾਰ ਨੇ, ਕਹਿੰਦਾ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਨਾਲ ਦੁਸ਼ਮਣ ਮੇਰੇ, ਇਹ ਵੱਖਰੀ ਗੱਲ ਕਿ ਮੁਸ਼ਕਰਾ ਕੇ ਚੱਲਣਗੇ। ਭਾਵੇਂ ਉਹ ਖਚਰੇ ਉਹ ਜਿਵੇਂ ਉਸ ਸਮੇਂ ਦੇ ਉੱਤੇ ਵੀ ਮੁਸਕਰਾਉਂਦੇ ਆ। ਮੈਂ ਇੰਨੀ ਗੱਲ ਕਰਨੀ ਸੀਗੀ। ਧੰਨਵਾਦ ਜੀ। ਧੰਨਵਾਦ ਜੀ। ਰਾਜਸਥਾਨ ਤੋਂ ਵਿਕਣ ਆਈਆਂ ਜੀ ਬਹੁਤ ਜ਼ਿਆਦਾ। ਉਹ ਬੰਦਾ ਭਾਅ ਮੰਗੀ ਚੱਲੇ, ਉਹਨੂੰ ਕਹਿੰਦਾ ਵੀ ਤੂੰ ਇਹਨਾਂ ਦਾ ਨੁਕਰਿਆਂ ਦਾ ਭਾਅ ਮੰਗੀ ਜਾਂਦਾ। ਉਹ ਕਹਿੰਦਾ ਬਈ ਵਜਨ ਬਹੁਤ ਢੋਂਦੀ ਹੈ। ਉਹ ਕਹਿੰਦਾ ਇਹ ਨਹੀਂ ਗੱਲ ਹੈ, ਸਵਾਰੀ ਨੁਕਰੇ ਤੇ ਇੱਕ ਬੰਦਾ ਕਰਦਾ, ਸਰਦਾਰ ਕਰਦਾ, ਇਹ ਵਜਨ ਹਰ ਰੋਜ਼ ਨਵਾਂ ਜਿਹੜਾ ਕਿਹੜਾ ਬੋਰੀਆਂ ਲਦਾਊਗਾ, ਇਹ ਬਰਾਬਰ ਤਾਂ ਨਹੀਂ। ਉਹ ਕਹਿੰਦਾ ਵੀ ਕੀਮਤ ਘੱਟ ਕਰ। ਉਹ ਕਹਿੰਦਾ ਨਹੀਂ ਕੀਮਤ ਤਾਂ ਮੈਂ ਤਾਂ ਬਹੁਤ ਦੂਰੋਂ ਆਇਆ, ਮਹਿੰਗੀਆਂ ਇੰਨੀਆਂ ਨੇ। ਤੇ ਇਹ ਜਿਹੜੀ ਅਮਰੀਕਾ ਦੀ ਗੱਲ ਸਰ ਜਸਵੀਰ ਸਿੰਘ ਉਹਨਾਂ ਦੀ ਵਿੱਚ ਰਹਿ ਗਈ ਵੀ ਉੱਥੇ ਮਾਹੌਲ ਜਿਹੜਾ ਬਦਲ ਗਿਆ।
ਮਾਹੌਲ ਉਹਦਾ ਚੇਂਜ ਹੋ ਗਿਆ ਉੱਥੇ ਵੀ ਹੁਣੇ ਹੀ ਹਲੇ ਬਾਈਡਨ ਉਹਨਾਂ ਨੇ ਆਉਣਾ ਤੇ ਉਹ ਬਾਈਡਨ ਉਹਨਾਂ ਦੇ ਆਉਣ ਤੋਂ ਪਹਿਲਾਂ ਉੱਥੇ ਦਾ ਇੱਕ ਵਾਰ ਆਪ ਹੀ ਸਾਗਰਵਾਲ ਦੱਸਦੇ ਹੋ ਤੁਸੀਂ, ਕਹਿੰਦੇ ਵੀ ਜਦ ਸਤੰਬਰ 11 ਹੋਇਆ ਜਦ ਵੀ ਅਸੀਂ ਬਹੁਤ ਦੁੱਖ ਕੱਟੇ। ਕਹਿੰਦੇ ਮੈਨੂੰ ਅੰਦਰ ਵਾਸ਼ਰੂਮ ਚ ਗਏ ਨੂੰ ਮੈਨੂੰ ਚਿੰਬੜ ਗਏ ਬੰਦੇ ਦੋ, ਮੈਨੂੰ ਮੁਸਲਮਾਨ ਸਮਝਣ ਲੱਗੇ ਤੇ ਮੁਸਲਮਾਨ ਸਮਝ ਕੇ ਵੀ ਜਿਹੜਾ ਉਹ ਕਿਉਂ ਚਿੰਬੜਨ, ਇਸ ਗੱਲ ਤੇ ਵੀ ਆਪਾਂ ਪਹਿਰਾ ਇੱਥੇ ਦਿੱਤਾ ਵੀ ਉਹਨਾਂ ਨੂੰ ਇਸ ਗੱਲ ਕਰਕੇ ਵੀ ਕਿਉਂ ਚਿੰਬੜਨ ਉਹ ਮੁਸਲਮਾਨ ਨੇ। ਬਰਾਬਰਤਾ ਦੀ ਗੱਲ ਹੈ ਵੀ ਦਾੜੀ ਉਹਨਾਂ ਨੇ ਰੱਖ ਲਈ ਜਾਂ ਅਸੀਂ ਦਾੜੀ ਰੱਖ ਲਈ, ਇਹਦੀ ਕੀ ਕਹਾਣੀ। ਪਰ ਜਿੰਨੀ ਰਿਫਟ ਦੇਸ਼ ਚ ਆਈ ਹੋਈ ਹੈ ਜੋ ਬਾਈਡਨ ਉਹਨਾਂ ਲਈ ਬਹੁਤ ਔਖਾ ਕੰਮ ਹੈ ਅਗਲਾ ਜਿਹੜੇ ਅਸਲ ਗੱਲ ਹੈ ਹਥਿਆਰ ਬਹੁਤ ਨੇ, ਚਲੋ ਸਰਕਾਰ ਦੇ ਬਰਾਬਰ ਤਾਂ ਹੈ ਨਹੀਂ, ਮਿਲਟਰੀ ਦੇ ਬਰਾਬਰ ਨਹੀਂ ਹੈ, ਪਰ ਬਹੁਤ ਵੈਪਨਸ ਨੇ ਪਰ ਕੈਪਟਾ ਇੱਕ ਬੰਦੇ ਕੋਲੋਂ ਤਾਂ ਟੈਕਸਸ ਤੱਕ ਟੈਂਕ ਖੜਾਈ ਖੜੇ ਆ ਘਰਾਂ ਦੇ ਵਿੱਚ। ਉਹ ਤੁਸੀਂ ਕਿਤੇ YouTube 'ਚ ਪਾ ਕੇ ਦੇਖਿਓ ਵੀ ਅਮਰੀਕਨਸ ਲਵ ਵੈਪਨਸ, ਬਸ ਇੰਨਾ ਹੀ ਦੇਖਿਓ ਵੀ ਘਰਾਂ ਦੇ ਘਰ ਦੇ ਵਿੱਚ ਜਿਵੇਂ ਆਪਣੇ ਡੋਣੀਆਂ ਟੰਗੀਆਂ ਹੁੰਦੀਆਂ ਨਾ ਪਿੰਡਾਂ ਦੇ ਵਿੱਚ ਕਿੱਲਿਆਂ ਤੇ, ਉਸ ਤਰ੍ਹਾਂ ਗੰਨਾਂ ਟੰਗੀਆਂ ਹੋਈਆਂ ਵਿੱਚ ਤੇ 2-2 ਲੱਖ ਕਾਰਤੂਸ, 2-2 ਲੱਖ ਰਾਉਂਡਸ ਆਫ ਐਮੂਨੀਸ਼ਨ ਤੇ ਪਤਾ ਹੀ ਨਹੀਂ ਕੀ। ਸਿਰਫ ਇਸ ਕਰਕੇ ਉਹ ਕਹਿੰਦੇ ਇਹ ਹਥਿਆਰਾਂ ਬਿਨਾਂ ਸ਼ਾਂਤੀ ਨਹੀਂ ਹੁੰਦੀ। ਉਤਰ ਕੇ ਆ ਕਹਿੰਦਾ ਫਿਰ ਸਰਕਾਰਾਂ ਕਿਉਂ ਰੱਖੀ ਬੈਠੀਆਂ ਨੇ ਬਈ, ਜੇ ਇਹਦੇ ਬਿਨਾਂ ਸਰਦਾ ਹੋਵੇ ਇਹ ਸਰਕਾਰਾਂ ਕਿਉਂ ਰੱਖੀ ਬੈਠੀਆਂ ਨੇ। ਉਹ ਕਹਿੰਦੇ ਸਾਡਾ ਸਵੈ ਸਿੱਧ ਅਧਿਕਾਰ ਹੈ, ਅਸੀਂ ਯੂਨਾਈਟਿਡ ਸਟੇਟਸ ਹੈ ਅਮਰੀਕਾ ਦੀਆਂ, ਸਾਡਾ ਆਪਣਾ ਕੰਸਟੀਟਿਊਸ਼ਨ ਹੈ, ਸਾਡਾ ਆਪਣਾ ਗਵਰਨਰ ਹੈ, ਸਾਡਾ ਆਪਣਾ ਸੈਕਟਰੀ ਆਫ ਸਟੇਟ ਹੈ, ਅਸੀਂ ਕੰਟਰੋਲ ਕਰਦੇ ਹਾਂ ਆਪਣੀ ਸਟੇਟ, ਅਸੀਂ ਜਦ ਮਰਜ਼ੀ ਪਰਾਂ ਹੋ ਸਕਦੇ। ਸਾਡੀ ਵੀ ਕਨਫੈਡਰੇਸ਼ਨ ਸਾਡੇ ਸੂਬਿਆਂ ਦੇ ਵੀ ਇਹੀ ਹੈ। ਅਸਲ ਸੰਘੀ ਢਾਂਚਾ ਇਹ ਹੈ ਜਿਹਨੂੰ ਫੈਡਰਲ ਸਿਸਟਮ ਕਹਿੰਦੇ ਨੇ, ਜਿਹਦੇ ਚ ਦੇਸ਼ ਦਾ ਇੱਕ ਕਾਨੂੰਨ, ਉਹਦੇ ਬਾਅਦ ਸੂਬੇ ਦਾ ਇੱਕ ਕਾਨੂੰਨ ਤੇ ਉਹਦੇ ਬਾਅਦ ਸ਼ਹਿਰ ਦਾ ਇੱਕ ਕਾਨੂੰਨ। ਸ਼ਹਿਰ 3 ਝੰਡੇ ਲਾਊ, ਸੂਬਾ 2 ਝੰਡੇ ਲਾਊ, ਆਟਵਾ ਦੇ ਵਿੱਚ 1 ਝੰਡਾ ਲੱਗਦਾ। ਇਹਦੇ ਤੇ ਮੈਂ 25 ਤਰੀਕ ਨੂੰ ਨਾ ਪਹਿਲੇ ਪ੍ਰੋਗਰਾਮ ਦੇ ਵਿੱਚ ਇੱਕ ਸੰਵਿਧਾਨ ਭਾਰਤ ਦਾ ਉਹ ਕੀ ਹੈ, ਉਹਦੇ ਚ ਕੀ ਚੀਜ਼ ਹੈ, ਮੈਂ ਕੋਸ਼ਿਸ਼ ਕਰ ਰਿਹਾ ਕੋਈ ਵਧੀਆ ਜਿਹਦੀ ਪਕੜ ਹੈ ਸੰਵਿਧਾਨ ਤੇ ਇਸ ਬਾਰੇ ਦੱਸ ਸਕਾਂ ਵੀ ਕੰਸਟੀਟਿਊਸ਼ਨ ਕੀ ਹੈ ਭਾਰਤ ਦਾ ਤੇ ਉਹ ਕੀ ਹੱਕ ਦਿੰਦਾ, ਫਰੀडम ਆਫ ਐਕਸਪ੍ਰੈਸ਼ਨ ਤੇ ਸਪੀਚ ਕੀ ਹੈ ਤੇ ਉਹਦੇ ਵਿੱਚ ਅਧਿਕਾਰ ਕੀ ਨੇ, ਉਹਦੀਆਂ ਮੱਦਾਂ ਕੀ ਨੇ, ਬਣਿਆ ਕਿਵੇਂ। ਕੋਸ਼ਿਸ਼ ਕਰਾਂਗੇ ਕਿ ਵੀ ਨਾਲ ਇਹ ਗੱਲ ਕਿ ਵਾਕਈ ਬਾਬਾ ਸਾਹਿਬ ਅੰਬੇਦਕਰ ਜੀ ਨੇ ਇਹ ਬਣਾਇਆ, ਇਸ ਤੇ ਵੀ ਗੱਲ 25 ਤਰੀਕ ਨੂੰ ਮੈਂ ਕੋਸ਼ਿਸ਼ ਕਰ ਰਿਹਾ ਬਈ ਕੋਈ ਐਕਸਪਰਟ ਲਿਆਂਦਾ ਜਾਵੇ। ਸੋ ਇਹ ਜਿਹੜੀ ਉੱਥੇ ਹੋ ਰਿਹਾ ਅਮਰੀਕਾ ਵਾਲੇ ਪਾਸੇ ਜਿਹੜੀ ਗੱਲ ਹੋ ਰਹੀ ਹੈ, ਹਾਂ ਜੋ ਬਾਈਡਨ ਉਹਨਾਂ ਦੀ ਖਬਰ ਮੈਂ ਦਰੁਸਤੀ ਉਹ ਫੇਰ ਕਰਦਾ, 11 ਮਿਲੀਅਨ ਦੇ ਕਰੀਬ ਜਿਹੜੇ ਜਨਵਰੀ 2021 ਤੱਕ ਜਿਹੜੇ ਰਹਿ ਰਹੇ ਨੇ, ਉਹ ਕਹਿੰਦੇ ਨੇ ਰਾਹ ਸਿੱਧਾ ਕਰਨਾ। ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ, ਹੋਣਾ ਤਾਂ ਖੈਰ ਹੁਣ ਥੱਲਿਓਂ ਸਦਨ ਦੇ ਵਿੱਚੋਂ ਹੀ ਆ, ਹਾਊਸ ਆਫ ਰਿਪਰੈਜ਼ੈਂਟੇਟਿਵ ਤੋਂ, ਸੈਨੇਟਰਸ ਤੋਂ, ਤੇ ਪਰ ਉਹਦੇ ਚ ਹੁਣ ਥੱਲੇ ਐਮਪੀਆਂ ਦੇ ਵਿੱਚ ਤਾਂ ਲੋਅਰ ਹਾਊਸ ਦੇ ਵਿੱਚ ਤਾਂ ਮੈਜੋਰਟੀ ਹੈ ਡੈਮੋਕ੍ਰੈਟਸ ਦੀ, ਤੇ ਦੂਸਰੇ ਵਾਲੇ ਪਾਸੇ ਬਰਾਬਰ ਨੇ ਤੇ ਕੈਮੈਲਾ ਹੈਰਿਸ ਨਾਲ ਇੱਕ ਉਹਨਾਂ ਦੀ ਵੋਟ ਵੱਧ ਜਾਣੀ ਹੈ, 50 ਨੇ ਸੈਨੇਟਰ ਉਹਦੇ ਚ। ਤੇ ਕੁਝ ਕੁ ਜਿਹੜੇ ਨੇ ਕਾਨੂੰਨ ਉਹਦੇ ਪਾਸ ਕਰਨ ਲਈ 60% 70% ਤੱਕ ਵੀ ਵੋਟਾਂ ਚਾਹੀਦੀਆਂ ਰਿਪਬਲਿਕਨ ਨੇ। ਹੁਣ ਇਹਦੇ ਚ ਇੰਪੀਚਮੈਂਟ ਚ ਬਹੁਤ ਰਿਪਬਲਿਕਨ ਨੇ ਹੱਕ ਦੇ ਵਿੱਚ ਵੀ ਵੋਟ ਪਾਤੀ ਵੀ ਇਹ ਟਰੰਪ ਇੰਪੀਚ ਹੋਣਾ ਚਾਹੀਦਾ। ਸੋ ਇਹ ਆਉਣ ਵਾਲਾ ਜਿਹੜਾ ਔਰ ਬਹੁਤ ਬਦਲਣਾ ਤੁਸੀਂ ਦੇਖਿਓ, ਜਿਹੜੀ ਏਸ਼ੀਆ ਦੀ ਤੇ ਮੱਧ ਪੂਰਬ ਦੀ, ਮਿਡਲ ਈਸਟ ਦੀ ਰਾਜਨੀਤੀ ਤੁਸੀਂ ਬਦਲਦੀ 6 ਮਹੀਨੇ ਚ ਵੇਖਿਓ। ਜੋ ਬਾਈਡਨ ਦੇ ਆਉਣ ਦੇ ਨਾਲ ਹੀ ਕੋਈ ਸਰਕਾਰਾਂ ਜਿਹੜੀਆਂ ਬਹੁਤ ਤੇਵਰ ਕਾਇਮ ਸੀ, ਉਹਨਾਂ ਦੇ ਤੇਵਰ, ਉਹਨਾਂ ਦੀਆਂ ਜਿਹੜੀਆਂ ਭਵਾਂ ਨੇ ਜਿਹੜੀਆਂ ਬਹੁਤ ਤਣੀਆਂ ਹੋਈਆਂ ਸੀ ਨਾ, ਉਹ ਢਿੱਲੀਆਂ ਹੋ ਗਈਆਂ। ਇੱਕ ਅਖੀਰ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਮੋਰਚੇ ਦੀ ਗੱਲ ਜਿਹੜੀ ਹੈ ਉਹਦੇ ਵਿੱਚ ਆਪਣੇ ਪਿੰਡਾਂ ਦੇ ਵਿੱਚੋਂ ਤੁਸੀਂ ਸਾਰਿਆਂ ਨੇ ਆਪਣੇ ਤੌਰ ਤੇ ਜਿੰਨੀਆਂ ਜਿਹੜੀਆਂ ਮਦਦਾਂ ਕੀਤੀਆਂ ਨੇ ਉਹ ਕਹਿਣ ਤੇ ਦੱਸਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਜਿਹੜੀਆਂ ਇਨੋਵਾ ਪਿੰਡਾਂ ਦੇ ਵਿੱਚੋਂ ਲੱਗੀਆਂ, ਬੰਦੇ ਬਦਲਦੀਆਂ, 7-7 8-8 ਹਜ਼ਾਰ ਦਾ ਉਹਨਾਂ ਦਾ ਭਾੜਾ ਤੇ 2-3 ਲੱਖ ਬੰਦੇ ਦਾ ਪ੍ਰਸ਼ਾਦਾ ਉੱਥੇ ਪਹੁੰਚਦਾ। ਸਾਰਾ ਦਿਨ ਉਹ ਜਿਹੜਾ
ਉਹ ਸਟੇਜ ਤੋਂ ਪੜ੍ਹ ਕੇ ਨਾਂ ਬੋਲਦੇ ਨੇ 5000 7000 8000 10000 ਤੁਹਾਡੇ ਪੈਸਿਆਂ ਦੇ ਨਾਲ ਪ੍ਰਦੇਸੀ ਜਿੰਨੇ ਪੰਜਾਬੀ ਬੈਠੇ ਆ ਇਹਨਾਂ ਦੇ ਨਾਲ ਹੀ ਉਹ ਕੰਮ ਚੱਲਿਆ 2 ਮਹੀਨੇ ਹੋ ਗਏ ਨਹੀਂ ਸੀ ਚੱਲ ਸਕਦਾ ਦਿੱਲੀ ਦੇ ਵਿੱਚ ਇੱਕ ਹਰ ਇੱਕ ਚੀਜ਼ ਮੁੱਲ ਦੀ ਹੈ ਹਾਂ ਠੀਕ ਹੈ ਹਰਿਆਣੇ ਦੇ ਵਿੱਚੋਂ ਉਹ ਕੋਸ਼ਿਸ਼ ਕਰ ਰਹੇ ਨੇ ਪਰ ਇੱਕ ਜ਼ਰੂਰ ਸੁਨੇਹਾ ਨਾਲ ਜ਼ਰੂਰ ਪਹੁੰਚਦਾ ਕਰੋ ਜਿਹੜੀ ਹੁਣ ਚੱਲਣਾ ਹੈ ਉਹਨਾਂ ਨੇ ਟਰੈਕਟਰ ਮਾਰਚ ਨੇ ਉਹਦੇ ਵਿੱਚ ਹਮਲ ਜ਼ਰੂਰ ਰੱਖਣ ਦੀ ਲੋੜ ਹੈ ਧੱਕਾ ਨਹੀਂ ਕਰਨ ਦੀ ਲੋੜ ਕੁਝ ਵੀ ਇਹੋ ਜਿਹਾ ਨਾ ਹੋਵੇ ਜਿਹਦੇ ਵਿੱਚੋਂ ਸਾਡੀ ਹਿੰਸਾ ਦੀ ਉਹਨਾਂ ਦੇ ਵਿੱਚੋਂ ਉਹ ਆ ਜਾਵੇ ਜਿਹੜਾ ਝਲਕਾਰਾ ਮਿਲ ਜਾਵੇ ਬਾਕੀ ਆਪਣੇ ਝੰਡੇ ਬੁੰਗੇ ਜਿਹੜੇ ਜੁਗੋ ਟੱਲ ਨੇ ਜਿਹੜਾ ਮਰਜ਼ੀ ਟਰੈਕਟਰ ਤੇ ਆਪਣਾ ਝੰਡਾ ਲਾਓ ਖੱਟਾ ਲਾਓ ਨੀਲਾ ਲਾਓ ਚਿੱਟਾ ਲਾਓ ਹਰਾ ਲਾਓ ਉਹ ਟਰੈਕਟਰ ਦੇ ਮਾਲਕ ਦੀ ਮਰਜ਼ੀ ਪਰ ਬਹੁਤ ਜ਼ਰੂਰੀ ਹੈ ਕਿ ਇਹ ਜ਼ਰੂਰ ਤੁਸੀਂ ਸੁਨੇਹਾ ਦੇਣਾ ਵੀ ਧੱਕਾ ਨਾ ਕਰ ਦਿਓ ਟਰੈਕਟਰ ਪਹੁੰਚਣ ਨਾ ਪਹੁੰਚਣ ਉੱਥੇ ਸੁਣ ਲਓ ਮੇਰੀ ਗੱਲ ਟਰੈਕਟਰ ਸੜਕਾਂ ਤੇ ਹੀ ਆ ਗਿਆ ਨਾ 70-80 ਹਜ਼ਾਰ ਲੱਖ ਉਹੀ ਬਹੁਤ ਵੱਡੀ ਗੱਲ ਨਾ ਵੀ ਜਾਵੇ ਉੱਥੇ ਕਿਉਂਕਿ ਆਲਰੇਡੀ ਬਹੁਤ ਬੈਠੇ ਆ ਕਿਤੇ ਥੋੜੀ ਨਹੀਂ ਕਹਾਣੀ ਹੈ ਜਿੰਨੀ ਲੋਕ ਬੈਠੇ ਤੇ ਗੱਲ ਜਿੱਤੀ ਪਈ ਹੈ ਅਸਲ ਸਿਰੇ ਤੇ ਜਾ ਕੇ ਕਿਤੇ ਇਹ ਨਾ ਕੁਝ ਅਜਿਹੀ ਹੋ ਜਾਵੇ ਵੀ ਮੁੜ ਕੇ ਸਾਰੀ ਜ਼ਿੰਦਗੀ ਹੱਥਾਂ ਤੇ ਦੰਦੀਆਂ ਵੱਢੀਏ ਵੀ ਆਹ ਹੋ ਗਿਆ ਤੇ ਜਿਵੇਂ ਮਲਾਂਕਣ ਜਿਹੜਾ ਹੁਣ ਆਪਾਂ ਕਰਦੇ ਆ ਪਿਛਲੇ ਸਮੇਂ ਦਾ 70-72 ਦਾ ਨਕਸਲ ਲਹਿਰ ਦਾ ਕਰਦੇ ਆ 78 ਤੋਂ ਲੈ ਕੇ 92 ਤੱਕ ਦਾ ਸਿੱਖ ਸੰਘਰਸ਼ ਦਾ ਕਰਦੇ ਆ ਤੇ ਉਹ ਫਿਰ ਜਿਹੜੇ ਹੁਣ ਜੰਮੇ 84 ਤੋਂ ਬਾਅਦ ਨੇ ਉਹਨਾਂ ਨੂੰ ਪਤਾ ਨਹੀਂ 84 ਦਾ ਵਿੱਚ ਕੀ ਹੋਇਆ ਉੱਥੇ ਕਹਾਣੀ ਕੀ ਹੋਈ ਤੇ ਜਾਂ ਉਹਨਾਂ ਦੇ ਪੜ੍ਹਨ ਲਈ ਤੁਹਾਡੀਆਂ ਕਿਤਾਬਾਂ ਘਰ ਦਾ ਹਿੱਸਾ ਬਣਨ ਐਟਲੀਸਟ ਤੁਹਾਨੂੰ ਪਤਾ ਹੋਵੇ ਵੀ ਕਾਰਨ ਕੀ ਸੀ ਕਿਹੜੀ ਗੱਲੋਂ ਘਰੋਂ ਭੱਜਣਾ ਪਿਆ ਕਿਉਂ ਮੁੰਡੇ ਘਰੋਂ ਬੇਘਰ ਹੋਏ ਇਹ ਜਿਹੜੀ ਬਹੁਤ ਜ਼ਰੂਰੀ ਆ ਵੀ ਆਪ ਤੁਹਾਨੂੰ ਸਾਖਰਤਾ ਹੋਵੇ ਤੇ ਤੁਸੀਂ ਅੱਗੇ ਜਿਹੜੀ ਆ ਉਹ ਜ਼ਰੂਰ ਪਹੁੰਚ ਕਰੋ ਪਰ ਤੁਹਾਡਾ ਸਾਰਿਆਂ ਦਾ ਉੱਥੇ ਹੁਣ ਜਿਹਦਾ ਵੀ ਜਿੱਥੇ ਵੀ ਤੁਹਾਡੀ ਪਿੰਡੋਂ ਜਿਹੜੇ ਹੁਣ ਇੱਕ ਪਿੰਡ 'ਚ ਤੁਸੀਂ ਮਦਦ ਕਰ ਰਹੇ ਹੋ ਉੱਥੋਂ ਪਿੰਡ 'ਚੋਂ 5-4 ਟਰੈਕਟਰ ਚੱਲਣੇ ਨੇ ਐਵਰੇਜ 5-6 ਚੱਲੇ 12,000 ਪਿੰਡਾਂ 'ਚ 60,000 ਟਰੈਕਟਰ ਹੋ ਜਾਣਾ ਵੱਧ ਚੱਲਣੇ ਨੇ ਤੇ ਮੈਨੂੰ ਤਾਂ ਇਹ ਪਤਾ ਲੱਗਾ ਪਟਿਆਲੇ ਕਬਾੜੀਆਂ ਦੇ ਕੋਲੋਂ ਵੀ ਟਰੈਕਟਰ ਨਹੀਂ ਬਚਿਆ ਕੋਈ ਸਾਰਾ ਖਰੀਦ ਲਿਆ ਲੋਕਾਂ ਉਹ ਹੁਣ ਜੇ ਤੁਸੀਂ ਕਹੋ ਬਈ ਉਹ 5-5 ਲੱਖ 4-4 ਲੱਖ ਦੇ ਉੱਥੇ ਵਾਲਿਆਂ ਲੈ ਰਹੇ ਉਹ ਨਹੀਂ ਲੈ ਉਹ ਤਾਂ ਸਾਰੀ ਬਾਹਰਲੀ ਮਦਦ ਹੈ ਹਾਂ ਇਹ ਬਹੁਤ ਵਧੀਆ ਹੋ ਗਏ ਆਪਾਂ ਅਲਰਟ ਹੋ ਗਏ ਵੀ ਠੱਗਾਂ ਤੋਂ ਬਚ ਗਏ ਇੱਥੇ ਠੱਗੀ ਦਾ ਬਾਜ਼ਾਰ ਜਿਹੜਾ ਹੈ ਉਦੋਂ ਪਹਿਲਾਂ ਆਪਾਂ ਅਲਰਟ ਹੋ ਗਏ ਪੈਸੇ ਨਹੀਂ ਬਾਹਰ ਕਿਸੇ ਆਨਲਾਈਨ ਨਹੀਂ ਇਕੱਠੇ ਹੋਏ ਆਮ ਲੋਕਾਂ ਤੋਂ ਡਰ ਵੀ ਹੈ ਇਕੱਠੇ ਕਰਨਾ ਜਿਹੜੇ ਨੇ ਜੇ ਉੱਥੇ ਦੇ ਲੋਕਾਂ ਲਈ ਪੈਸੇ ਇਕੱਠੇ ਕਰਨੇ ਸੰਘਰਸ਼ ਦੇ ਲਈ ਇਕੱਠੇ ਕਰਨੇ ਤੇ ਜਿਨ੍ਹਾਂ ਨੇ ਉੱਥੇ ਜਾਣਾ ਉਹਨਾਂ ਨੂੰ ਇਹ ਵੀ ਹੈ ਵੀ ਮੁੜ ਕੇ ਉੱਥੇ ਦੇ ਵੀਜ਼ੇ ਉੱਥੇ ਦੀ ਕੋਈ ਮੁਸ਼ਕਲ ਇਹ ਸੌਖ ਨਹੀਂ ਹੈ ਤੇ ਫਿਰ ਉਹ ਜ਼ਿੰਮੇਵਾਰੀ ਦੇ ਨਾਲ ਪਹੁੰਚਦੇ ਕਰਨੇ ਸਾਰਿਆਂ ਤੁਸੀਂ ਰਲ ਕੇ ਸਾਰੇ ਕੀਤੇ ਨੇ ਪਰ ਸਫ਼ਰ ਇਹ ਵਧੀਆ ਜਿਹੜਾ ਲੰਘੇ ਤੇ ਉਹ ਸੁਨੇਹਾ ਜ਼ਰੂਰ ਦਿਓ ਪਲੀਜ਼ ਕਿ ਠੰਡੇ ਹੀ ਰਹਿਣਾ ਟਰੈਕਟਰ ਜੇ ਨਹੀਂ ਜਾਣ ਦੇਣਗੇ ਨਾ ਜਾਓ ਤੁਹਾਡੇ ਆਲਰੇਡੀ ਜਿਹੜੇ ਉੱਥੇ ਪਹਿਲਾਂ ਹੀ ਬਹੁਤ ਬੰਦਾ ਬੈਠਾ 2 ਲੱਖ ਬੰਦਾ ਬੈਠਾ ਇਹ ਤਾਂ ਇੱਕ ਮੁਜ਼ਾਹਰਾ ਕਰਨਾ ਵੀ ਆ ਚੱਲੇ ਆ ਜੀ ਅਸੀਂ ਤੇ ਅਸੀਂ ਉੱਥੇ ਪਹੁੰਚਣਾ ਜੇ ਕੱਲ ਨੂੰ ਸਰਕਾਰ ਰੋਕੇ ਪੰਜਾਬ ਦੀ ਰੋਕੇ ਹਰਿਆਣੇ ਦੀ ਰੋਕੇ ਕਿਤੇ ਨੁਕਸਾਨ ਨਾ ਹੋਵੇ ਬਸ ਇਹ ਜ਼ਰੂਰ ਹੁਣ ਤੋਂ ਹੀ ਕਹਿਣਾ ਸ਼ੁਰੂ ਕਰੋ 2-3 ਦਿਨ ਰਹਿੰਦੇ ਘੁੱਦਾ ਸਿੰਘ ਕਹਿੰਦਾ ਜਦ ਨਰਮੇ ਚੋਂ ਕੱਖ ਮਾਰਦੇ ਆ ਨਾ ਉੜਕ ਕੇ ਕਸੀਆ ਨਰਮੇ ਦੇ 2 ਬੂਟੇ ਪੜਦਾ ਬੰਦਾ ਉਹਨਾਂ ਨੂੰ ਦੇਖ ਕੇ ਝੂਰੀ ਜਾਂਦਾ ਚਿੱਤ ਜਾਂ ਖੁੱਸੀ ਜਾਂਦਾ ਇਉਂ ਹੀ ਝੋਨਾ ਲਾ ਕੇ ਤੇਰੇ ਮੇਰੇ ਅਰਗਾ ਪ੍ਰੀਦੀ ਦੀਆਂ ਗੁੱਟੀਆਂ ਫੜ ਕੇ ਤੁਰਿਆ ਫਿਰਦਾ ਡੱਕੇ ਲਾਉਂਦਾ ਕਿ ਕਿਤੇ ਥਾਂ ਨਾ ਰਹਿ ਜੇ ਚਾਰੇ ਖਾਤਰ ਬੀਜੀ ਮੱਕੀ ਨੂੰ ਅਗਲਾ 40-45 ਦਿਨਾਂ ਤੋਂ ਵਾਢਾ ਲਾਉਣ ਖਾਤਰ ਦਾਤੀ ਲੈ ਕੇ ਬਹਿੰਦਾ ਉਹ ਵੀ ਇਹਦਾ ਚਾਹ ਹੁੰਦਾ ਫਸਲਾਂ ਜ਼ਮੀਂਦਾਰ ਦੇ ਆਸਰੇ ਨੇ ਫਸਲ ਬੀਜਣ ਵੇਲੇ ਹੀ ਮਿੱਥਿਆ ਹੁੰਦਾ ਕਿ ਐਤਕੀ ਫਸਲ ਵੱਢ ਕੇ ਮਕਾਨ ਪਾਵਾਂਗੇ ਕੁੜੀ ਦਾ ਵਿਆਹ ਕਰਾਂਗੇ 100 ਬਿਉਂਤਾਂ ਇਉਂ ਹੀ ਮੱਝਾਂ ਗਾਵਾਂ ਪੇਂਡੂਆਂ ਦੇ ਲਈ ਸਿਰਫ ਜਾਨਵਰ ਨਹੀਂ ਹੁੰਦੇ ਇਹਨਾਂ ਨਾਲ ਵੀ ਬੜੇ ਚਾਹ ਹੁੰਦੇ ਘਰ ਦੇ ਜੀਆਂ ਸਾਰਾ ਕੁਝ ਛੱਡ ਕੇ ਪੰਜਾਬ ਦੀ ਖਾਤਰ ਪੰਜਾਬ ਦੇ ਜੰਮੇ ਬਾਰਡਰ ਤੇ ਬੈਠੇ ਨੇ ਉੱਥੇ ਹੋ ਗਏ ਮਹੀਨੇ 2 ਤੇ 3 ਮਹੀਨੇ ਪੰਜਾਬ ਦੇ 5 ਮਹੀਨੇ ਹੋ ਗਏ ਪੱਕੇ ਹੱਲ ਕਰਕੇ ਮੁੜਨਗੇ ਲੋੜਵੰਦਾਂ ਦੀ ਮਦਦ ਖਾਤਰ ਉੱਠੇ ਸਾਰੇ ਹੱਥਾਂ ਨੂੰ ਸਿਜਦਾ ਘੁੱਦਾ ਸਿੰਘ ਇੱਕ ਗੀਤ ਸੁਣਾਉਣਾ ਤੁਹਾਨੂੰ ਖਾਸ ਪਿੰਡਾਂ ਦਾ ਪਰ ਉਹ ਹੈ ਤਾਂ ਗੱਲ ਇਹਨੂੰ ਬਾਲਾ ਬਹੁਤ ਮਾੜੀ ਮੰਨਦੇ ਸੀ
ਪਰ ਗੀਤ ਇੱਕ ਪਿੰਡ ਦੀ ਯਾਰੀ ਦਾ। ਸੁਣੋ ਸਦੀਕ, ਤੇ ਕੱਲ ਨੂੰ ਮੁੜਦਾ ਫੇਰ 12 ਵਜੇ। ਰੱਬ ਰੱਖ।